ਧਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀਅ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਗੁਰੂ ਬਚਨ ਪਾਲਿਓ ਨਹੀਂ ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨ ਧਨ ਜਿਹ ਤੋ ਕਉ ਦਿਓ ਤਾਂ ਸਿਓ ਨੇਹੁ ਨ ਕੀਨ। ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ ਗਰੀਬ ਨਿਵਾਜ ਪਤਿਤ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਬਖਸ਼ੀਆਂ ਹਨ। ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਸੁਆਸ ਸਤਿਗੁਰਾਂ ਦੀ ਗੋਦ ਵਿੱਚ ਸਫਲ ਕਰ ਰਹੇ ਹੋ। ਹਜੂਰ ਅੰਮ੍ਰਿਤ ਵੇਲੇ ਤੋਂ ਹੀ ਤਖਤ ਤੇ ਸੱਜ ਕੇ ਮਹਾਰਾਜ ਜੀ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹਨ। ਅੰਮ੍ਰਿਤ ਵੇਲੇ ਨਿਤਨੇਮ ਸਾਹਿਬ ਜੀਆਂ ਦੇ ਜਾਪ ਹੋਏ ਹਨ। ਫਿਰ ਸਤਿਗੁਰਾਂ ਦਾ ਸਿਮਰਨ ਕੀਤਾ ਹੈ ਸਿੱਖਾਂ ਨੇ ਰਲ ਕੇ। ਪ੍ਰੇਮ ਵਾਲੀਆਂ ਰੂਹਾਂ ਨੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਹੈ। ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ। ਜਿਨ੍ਹਾਂ ਗੁਰਸਿੱਖਾਂ ਦਾ ਮਨ ਹਜੂਰ ਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਹਰ ਅੰਮ੍ਰਿਤ ਭਿੰਨੇ ਲੋਏ ਨਾ
ਲੋਇਨਾ ਨੇਤਰਾਂ ਨੂੰ ਕਹਿੰਦੇ ਹਨ। ਉਹਨਾਂ ਦੇ ਨੇਤਰ ਸਤਿਗੁਰਾਂ ਦੇ ਸ਼ਬਦ ਅੰਮ੍ਰਿਤ ਦੇ ਨਾਲ ਭਿੰਨੇ ਗਏ ਹਨ। ਹਿਰਦਾ ਵਿੰਨਿਆ ਗਿਆ ਹੈ। ਐਸਾ ਪ੍ਰੇਮ ਨੇ ਉਛਾਲਾ ਮਾਰਿਆ ਹੈ। ਫਿਰ ਨੇਤਰਾਂ ਰਾਹੀਂ ਵਿਰਾਗ ਬਾਹਰ ਉਛਲ ਕੇ ਪਿਆ ਹੈ। ਮਨ ਪ੍ਰੇਮ ਰਤਨਾ ਰਾਮ ਰਾਜੇ। ਹਜੂਰ ਫਰਮਾਉਂਦੇ ਹਨ, ਉਦੋਂ ਹੋਇਆ ਹੈ ਜਦੋਂ ਸ਼ਬਦ ਵਿੱਚ ਮਨ ਵਿੰਨਿਆ ਗਿਆ ਹੈ। ਮਨ ਰਾਮ ਕਸਵੱਟੀ ਲਾਇਆ, ਕੰਚਨ ਸੋ ਵਿੰਨਾ। ਮਹਾਰਾਜ ਜੀਆਂ ਨੇ ਆਪਣੇ ਸ਼ਬਦ ਦੀ ਕਸਵੱਟੀ ਤੇ ਸਾਡਾ ਮਨ ਲਾ ਕੇ ਕੰਚਨ ਵਰਗਾ ਕਰ ਦਿੱਤਾ ਹੈ, ਸੋਇਨੇ ਵਰਗਾ ਕਰ ਦਿੱਤਾ ਹੈ। ਐਸੀ ਕਸਵੱਟੀ ਲਾਈ ਹੈ। ਸਤਿਗੁਰ ਜੀਆਂ ਨੇ ਦੱਸ ਦਿੱਤਾ ਹੈ, ਸ਼ਬਦ ਦੀ ਰਾਹੀਂ ਮਣਾ ਕਿੱਥੇ ਗੁਰਮੁਖ ਬਣਿਆ ਫਿਰਦਾ ਹੈ, ਕਿੱਥੇ ਆਪਣੇ ਆਪ ਦੀ ਸਿਫਤ ਇੰਨੀ ਕਰਾਉਂਦਾ ਫਿਰਦਾ ਹੈ। ਗੁਰਮੁਖਾਂ ਵਾਲੀ ਵੇਖ ਤੇਰੇ ਵਿੱਚ ਕਿਹੜੀ ਗੱਲ ਹੈ। ਜਦੋਂ ਮਨ ਨੇ ਝਾਤੀ ਮਾਰੀ, ਪਤਾ ਲੱਗਾ ਮਨ ਤਾਂ ਕਿਤੇ ਹੋਰ ਹੀ ਲੱਗਾ ਹੈ। ਇਹ ਸਤਿਗੁਰਾਂ ਨੇ ਸ਼ਬਦ ਦੀ ਕਸਵੱਟੀ ਰਾਹੀਂ ਜਿਹੜੇ ਮਨ ਰੂਪੀ ਲੋਹੇ ਨੂੰ ਜੰਗਾਲ ਰੱਗਾ ਸੀ, ਸਤਿਗੁਰ ਜੀਆਂ ਨੇ ਕੰਚਨ ਸੋ ਵਿੰਨਾ। 24 ਕੈਰਟ ਦਾ ਜਿਸ ਤਰ੍ਹਾਂ ਸੋਨਾ ਸ਼ੁੱਧ ਮੰਨਿਆ ਜਾਂਦਾ ਹੈ, ਹਜੂਰ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਮੁਖ ਰੰਗ ਚਲੂਲਿਆ। ਤੇ ਸਤਿਗੁਰਾਂ ਦੇ ਜਿਹੜੇ ਗੁਰਮੁਖ ਹਨ, ਐਸਾ ਉਹਨਾਂ ਨੇ ਪ੍ਰੇਮ ਰੰਗ ਲਾਇਆ ਹੈ। ਸਾਨੂੰ ਚੂਹ ਚੂਹਾ ਰੰਗ ਚੜ ਗਿਆ ਹੈ। ਐਸਾ ਰੰਗ ਚੜ ਗਿਆ ਹੈ ਜਿਹੜਾ ਰੰਗ ਕਦੇ ਉਤਰਦਾ ਨਹੀਂ। ਸਰੀਰ ਰੂਪੀ ਕੱਪੜਾ ਪਾੜ ਤਾਂ ਸਕਦਾ ਹੈ। ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਦੋਨੋਂ ਤਨ ਤੇ ਜਪਜੀ ਪੜ੍ਹੈ, ਸਰੀਰ 2 ਪਾਟ ਹੋ ਗਿਆ ਹੈ। ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਚੜਾਇਆ ਹੋਇਆ ਰੰਗ ਭਾਈ ਮਤੀ ਦਾਸ ਜੀ ਕਹਿੰਦੇ ਹਨ ਕਿੱਥੇ ਉਤਰਦਾ ਹੈ। ਮੇਰਾ ਮਨ ਤਨੋਂ ਭਿੰਨਾ, ਮਨ ਵੀ ਤੇ ਬਾਹਰੋਂ ਤਨ ਵੀ। ਮਨ ਸਿਮਰਨ ਵਿੱਚ ਤੇ ਤਨ ਕਹਿੰਦੇ ਹਨ ਹਜੂਰ ਇਹ ਤਨ ਤੋਂ ਕੀ ਕਰਾਉਣਾ ਹੈ। ਸੇਵਾ ਵਿੱਚ ਹੀ ਮਹਾਰਾਜ ਜੀ ਲੱਗ ਜਾਵੇ। ਸੇਵਾ ਵਿੱਚ ਭਿੰਨਿਆ ਗਿਆ ਹੈ। ਜਨ ਨਾਨਕ ਮੁਸ਼ਕ ਝਕੋਲਿਆ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਐਸੀ ਕਿਰਪਾ ਕੀਤੀ ਹੈ। ਹੁਣ ਸਾਨੂੰ ਐਸਾ ਰੰਗ ਚੜਾ ਦਿੱਤਾ ਹੈ। ਸੇਵਾ ਕਰਦਿਆਂ ਅਸੀਂ ਕਦੇ ਥੱਕਦੇ ਨਹੀਂ, ਨਾਮ ਜਪਦਿਆਂ ਕਦੇ ਅੱਕਦੇ ਨਹੀਂ। ਐਸੀ ਪ੍ਰੀਤ ਲਾ ਦਿੱਤੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਹਜੂਰ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ। ਜਬ ਗੁਰ ਬੋਲੇ ਬਿਸਮ ਹੋਏ ਜਾਏ। ਹਜੂਰ ਤੁਹਾਡੇ ਕਿਹੜੇ ਕਿਹੜੇ ਗੁਣ ਕਹਿਣਾ ਕਰੀਏ ਸਤਿਗੁਰ ਜੀ। ਜਦੋਂ ਮੁਖ ਤੋਂ ਤੁਸੀਂ ਕੋਈ ਬਚਨ ਫਰਮਾਉਂਦੇ ਹੋ, ਹਜੂਰ ਵਿਸ਼ਮਾਦ ਛਾ ਜਾਂਦਾ ਹੈ। ਸਭ ਕੁਦਰਤ ਰੁਕ ਜਾਂਦੀ ਹੈ ਸਤਿਗੁਰ ਜੀ ਜਦੋਂ ਆਪ ਜੀ ਮੁਖ ਤੋਂ ਕੋਈ ਬਚਨ ਫਰਮਾਉਂਦੇ ਹੋ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਜੀ ਰੁਲਦੇ ਫਿਰਦੇ ਸੀ, ਸਾਡੀ ਕੋਈ ਬਾਤ ਨਾ ਸੀ ਪੁੱਛਦਾ। ਆਪ ਜੀਆਂ ਦੇ ਗੁਰਸਿੱਖਾਂ ਦੇ ਨਾਲ ਗੋਇੰਦਵਾਲ ਸਾਹਿਬ ਆ ਗਏ ਸਤਿਗੁਰ ਜੀ। ਆਪ ਜੀਆਂ ਨੇ ਸਾਨੂੰ ਕੀੜਿਆਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਹਨ ਹਜੂਰ। ਅਸੀਂ ਤਾਂ ਵਿਸਮਾਦ ਵਿੱਚ ਸਾ ਗਏ ਜਦੋਂ ਤੁਸੀਂ ਬਚਨ ਕਿਹਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਜ ਤੋਂ ਗੁਰੂ ਹੋਣਗੇ। ਹਜੂਰ ਸਾਨੂੰ ਕੀੜਿਆਂ ਨੂੰ ਪਾਤਸ਼ਾਹੀਆਂ ਬਖਸ਼ ਦਿੱਤੀਆਂ ਜੇ। ਸਭ ਜਨਮ ਧੰਨ ਧੰਨਾ। ਮਹਾਰਾਜ ਜੀ ਸਾਡਾ ਇਹ ਜਨਮ ਧੰਨ ਧੰਨ ਹੋ ਗਿਆ ਹੈ। ਸਾਰਾ ਜਨਮ ਮਹਾਰਾਜ ਜੀ ਸਫਲ ਹੋ ਗਿਆ ਹੈ। ਇਹ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਉਸ ਦਿੱਲੀ ਦੇ ਕਾਰਾਗ੍ਰਹਿ ਵੇਖੇ ਹਨ। ਗੁਰਸਿੱਖ ਆਇਆ ਹੈ ਮਹਾਰਾਜ ਜੀਆਂ ਦੇ ਪਾਸ। ਸਤਿਗੁਰ ਜੀ ਘਰ ਦੇ ਵਿੱਚ ਮਾਤਾ ਨਾਨਕੀ ਜੀ, ਆਪ ਜੀਆਂ ਦੇ ਮਹਿਲ ਮਾਤਾ ਗੁਜਰੀ ਜੀ ਅਤੇ ਆਪ ਦੇ ਸਾਹਿਬਜ਼ਾਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਾਨੂੰ ਆਪ ਜੀਆਂ ਦੀ ਖਬਰ ਲੈਣ ਵਾਸਤੇ ਭੇਜਿਆ ਹੈ। ਉਸ ਦਿੱਲੀ ਦੇ ਕਾਰਾਗ੍ਰਹਿ, ਉਸ ਲੋਹੇ ਦੇ ਪਿੰਜਰੇ ਵਿੱਚ ਸਤਿਗੁਰਾਂ ਨੇ ਇਹ ਭੋਗ ਦੇ ਸ਼ਲੋਕ ਉਚਾਰਨ ਕੀਤੇ ਹਨ, ਜਿਸ ਦੀ ਕਥਾ ਸਤਿਗੁਰਾਂ ਦੀ ਕਿਰਪਾ ਦੁਆਰਾ ਆਰੰਭ ਹੋਈ ਹੈ। ਇਹ ਮੰਨਿਆ ਜਾਂਦਾ ਹੈ ਸਿਆਣਿਆਂ ਵੱਲੋਂ, ਜੇ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਘਰ ਦੇ ਵਿੱਚ ਪ੍ਰਕਾਸ਼ ਹੋਵੇ,
ਜੇ ਸਾਰਾ ਪਾਠ ਨਾ ਸੁਣਿਆ ਜਾਵੇ। ਚਾਹੀਦਾ ਤੇ ਇਹ ਹੈ ਜਿੰਨਾ ਵੀ ਵੱਧ ਤੋਂ ਵੱਧ ਸੁਣਿਆ ਜਾਵੇ, ਪਾਠ ਸੁਣਨਾ ਚਾਹੀਦਾ ਹੈ ਮਹਾਰਾਜ ਜੀਆਂ ਦੀ ਗੁਰਬਾਣੀ ਦਾ। ਨਹੀਂ ਤਾਂ ਮੰਨਿਆ ਜਾਂਦਾ ਹੈ ਭੋਗਾਂ ਦੇ ਸਲੋਕ ਤਾਂ ਜ਼ਰੂਰ ਬਹਿ ਕੇ ਸੁਣਨੇ ਚਾਹੀਦੇ ਹਨ। ਸਿਆਣਿਆਂ ਦਾ ਕਥਨ ਹੈ ਸਾਰੀ ਗੁਰਬਾਣੀ ਸੁਣਨ ਦਾ ਮਹਾਤਮ ਮਿਲ ਜਾਂਦਾ ਹੈ। ਜੇ ਅਸੀਂ ਭੋਗਾਂ ਦੇ ਸਲੋਕਾਂ ਦੀ ਜੇ ਕਥਾ ਸ਼ਰਵਣ ਕਰੀਏ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਮਹਾਤਮ ਮਿਲ ਜਾਵੇਗਾ। ਸਤਿਗੁਰ ਜੀ ਕਿਰਪਾ ਕਰਨਗੇ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ। ਸਾਡੇ ਹਿਰਦੇ ਨੂੰ ਹਜੂਰ ਆਪ ਜੀਆਂ ਦੇ ਚਰਨਾਂ ਕਮਲਾਂ ਦਾ ਆਸਰਾ ਹੈ। ਫਿਰ ਕਿਉਂ ਨਾ ਸਤਿਗੁਰ ਜੀ ਸੰਸਾਰ ਵਿੱਚ ਵੀ ਤੁਹਾਡੇ ਸਿੱਖ ਅਖਾਏ ਜਾਂਦੇ ਹਾਂ, ਤੁਹਾਡੇ ਨਾਲ ਕਿਉਂ ਆਪਣਾ ਚਿੱਤ ਨਾ ਜੋੜੀਏ। ਮਨ ਲੋਚੈ ਬੁਰਿਆਈਆਂ, ਹਜੂਰ ਮਨ ਤਾਂ ਸਦਾ ਬੁਰਿਆਈਆਂ ਲੋਚਦਾ ਹੈ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ। ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਫਿਰ ਗੁਰਸਿੱਖ ਲਗਾਮ ਪਾਉਂਦੇ ਹਨ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜਾ ਬਾਹੇ ਨਾ ਛੋੜੀਐ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜਿੰਦੀ ਅਸੀਂ ਇੱਕ ਵਾਰੀ ਬਾਂਹ ਪਕੜ ਲੈਂਦੇ ਹਾਂ, ਫਿਰ ਅਸੀਂ ਬਾਂਹ ਨਹੀਂ ਛੱਡਦੇ, ਚਾਹੇ ਸੀਸ ਦੇਣਾ ਪੈ ਜਾਵੇ। ਆਓ ਸਤਿਗੁਰ ਜੀ ਜਿਸ ਤਰ੍ਹਾਂ ਕਿਰਪਾ ਕਰਦੇ ਹਨ, ਆਪ ਜੀਆਂ ਨੇ ਪਿਛਲੇ 2 ਸ਼ਲੋਕਾਂ ਵਿੱਚ ਸ਼ਰਵਣ ਕੀਤਾ ਸੀ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਹਜੂਰ ਨੇ ਫਰਮਾਇਆ ਸੀ ਇਹ ਧਨ ਦਾਰਾ ਇਸਤਰੀ ਸੰਪਦਾ ਵਿਭੂਤੀ ਜੋ ਪ੍ਰਾਪਰਟੀ ਸਗਲ ਮਹਾਰਾਜ ਜੀ ਕਹਿੰਦੇ ਹਨ ਜੋ ਵੀ ਤੈਨੂੰ ਸਤਿਗੁਰਾਂ ਜੀਆਂ ਨੇ ਕਿਰਪਾ ਕਰਕੇ ਦਿੱਤਾ ਹੈ। ਹਜੂਰ ਕਹਿੰਦੇ ਹਨ ਆਪਣੀ ਕਰਮਾਨ। ਇਹ ਜੀਵ ਉਹਨੂੰ ਆਪਣੀ ਕਰਕੇ ਮੰਨਦਾ ਹੈ। ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ। ਇਹ ਧਨ ਦਾ ਬਾਬਤ ਕੀ ਕਹੀਏ। ਹਜੂਰ ਕਹਿੰਦੇ ਹਨ ਨਾ ਹੀ ਕੋਈ ਲੈ ਕੇ ਆਇਆ ਹੈ ਇਸ ਧਨ ਨੂੰ। ਜਦੋਂ ਆਇਆ ਸੈਂ ਦੇਖ ਨਾਲ ਕੀ ਲੈ ਕੇ ਆਇਆ ਸੈਂ। ਸਤਿਗੁਰ ਜੀ ਕੁਝ ਨਹੀਂ ਸੀ ਆਇਆ। ਜਦੋਂ ਜਾਵੇਂਗਾ ਕੀ ਲੈ ਕੇ ਜਾਵੇਂਗਾ। ਸਤਿਗੁਰ ਜੀ ਕੁਝ ਨਹੀਂ ਲੈ ਕੇ ਜਾਣਾ। ਹਜੂਰ ਕਹਿੰਦੇ ਹਨ ਫਿਰ ਆਪਣੇ ਕਿਉਂ ਮੰਨੀ ਬੈਠਾ ਹੈ। ਇਸੇ ਤਰ੍ਹਾਂ ਹਜੂਰ ਨੇ ਅੱਗੇ ਆਖਿਆ ਸੀ, ਮਾਨਸ ਕੋ ਜਨਮ ਲੀਨ ਸਿਮਰਤ ਨਹਿ ਨਿਮਖ ਕੀਨ। ਦੇਖ ਮਨੁੱਖਾਂ ਦੇ ਘਰ ਵਿੱਚ ਜਨਮ ਹੋਇਆ ਹੈ, ਕਈ ਪਸ਼ੂਆਂ ਦੇ ਘਰੀ ਥੋੜੀ ਨਾ ਤੈਨੂੰ ਜਨਮ ਦਿੱਤਾ ਹੈ। ਫਿਰ ਸਿਮਰਨ ਨਿਮਖ ਮਾਤਰ ਨਹੀਂ ਕੀਤਾ ਤੂੰ। ਦਾਰਾ ਸੁਖ ਭਇਓ ਦੀਨ, ਪਗਹੋ ਪਰੀ ਬੇਰੀ। ਇਸਤਰੀ ਦੇ ਸੁਖ ਵਿੱਚ ਹੀ ਘਰ ਵਿੱਚ ਲੱਗਾ ਰਹਿੰਦਾ ਹੈ, ਮਾਨੋ ਕਿ ਪੈਰਾਂ ਵਿੱਚ ਬੇੜੀਆਂ ਹੀ ਪਾ ਛੱਡੀਆਂ ਹਨ। ਮਹਾਰਾਜ ਜੀ ਕਹਿੰਦੇ ਹਨ ਨਾਨਕ ਜਨ ਕਹਿ ਪੁਕਾਰ। ਤੈਨੂੰ ਪੁਕਾਰ ਕੇ ਕਹਿੰਦੇ ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਸਿਧਾਂਤ, ਸਿਮਰਤ ਨਹਿ ਕਿਉਂ ਮੁਰਾਰ। ਮਹਾਰਾਜ ਜੀ ਕਹਿੰਦੇ ਹਨ ਉਸ ਕਾਲ ਪੁਰਖ ਵਾਹਿਗੁਰੂ ਦਾ ਫਿਰ ਸਿਮਰਨ ਕਿਉਂ ਨਹੀਂ ਕਰਦਾ। ਮਾਇਆ ਜਾ ਕੀ ਚੇਰੀ, ਸਭ ਮਾਇਆ ਉਸ ਕਾਲ ਪੁਰਖ ਵਾਹਿਗੁਰੂ ਦੀ ਚੇਰੀ ਦਾਸੀ ਹੈ। ਸਤਿਗੁਰ ਜੀ ਕਿਰਪਾ ਕਰਦੇ ਹਨ ਅੱਗੇ, ਮਨੁੱਖ ਆਪਣੀ ਕਰਕੇ ਮਨ ਬੈਠਾ ਹੈ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਣ। ਸਤਿਗੁਰ ਜੀਆਂ ਨੇ ਫਰਮਾਇਆ ਸੀ ਇਸ ਗੱਲ ਨੂੰ ਸੱਚੀ ਜਾਣ ਕੇ ਹਿਰਦੇ ਧਰ ਲਾ, ਕੁਝ ਵੀ ਇਹਨਾਂ ਵਿੱਚ ਸੱਚਾ ਨਹੀਂ ਹੈ। ਫਿਰ ਅੱਗੇ ਜਿਸ ਤਰ੍ਹਾਂ ਆਓ ਸਾਧ ਸੰਗਤ ਜੀ, ਆਪ ਜੀਆਂ ਨੇ ਪਤਿਤ ਉਦਾਹਰਣ ਭੈ ਹਰਨ ਅਖਰੀ ਅਰਥ ਸ਼ਰਵਣ ਕੀਤੇ ਸੀ। ਇੱਥੋਂ ਆਰੰਭ ਕਰਦੇ ਹਾਂ। ਸਤਿਗੁਰ ਜੀਆਂ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਧਿਆਨ ਧਰਨ ਨਾਲ ਹੀ ਸਾਧ ਸੰਗਤ ਜੀ ਦੁੱਖ ਟੁੱਟ ਜਾਂਦੇ ਹਨ। ਹਿਰਦੇ ਨੂੰ ਸ਼ਾਂਤੀ ਦਾ ਪ੍ਰਸ਼ਾਦ ਮਿਲਦਾ ਹੈ। ਹਿਰਦਾ ਗੁੱਦ ਹੋ ਜਾਂਦਾ ਹੈ ਜਦੋਂ ਹਜੂਰ ਦੇ ਗੁਰਸਿੱਖਾਂ ਨੂੰ ਧਿਆਨ ਧਰਨ ਨਾਲ ਦਰਸ਼ਨ ਹੁੰਦੇ ਹਨ। ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸਤਿਗੁਰਾਂ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਅਦਬ ਸਹਿਤ ਸੀਸ ਝੁਕਾਉਂਦੇ ਹੋਏ ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਤਿਤ ਉਦਾਰਨ ਭੈ ਹਰਨ। ਜੇ ਮਨ ਵਿੱਚ ਆਉਂਦਾ ਹੈ ਤੇਰੇ ਮੈਂ ਤਾਂ ਬੜਾ ਵੱਡਾ ਪਾਪੀ ਹਾਂ, ਮੈਨੂੰ ਕਿਹਨੇ ਸ਼ਰਨ ਦੇਣੀ ਹੈ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਪਤਿਤ ਉਦਾਹਰਣ। ਸਤਿਗੁਰ ਜੀਆਂ ਨੂੰ ਤਾਂ ਕਿਹਾ ਹੀ ਪਤਿਤ ਉਦਾਹਰਣ ਜਾਂਦਾ ਹੈ। ਪਾਪੀਆਂ ਦਾ ਹਜੂਰ ਉਧਾਰ ਕਰਨ ਵਾਲੇ ਹਨ। ਭੈ ਹਰਨ, ਤੇਰਾ ਭੈ ਜੋ ਮਨ ਵਿੱਚ ਤੈਨੂੰ ਡਰ ਲੱਗਾ ਰਹਿੰਦਾ ਹੈ, ਮਣਾ ਕੀ ਹੋਵੇਗਾ? ਸਭ ਡਰ ਤੇਰੇ ਸਤਿਗੁਰ ਜੀ ਚੱਕ ਦੇਣਗੇ। ਹਰ ਅਨਾਥ ਕੇ ਨਾਥ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਨਾਥਾਂ ਦੇ ਸਤਿਗੁਰ ਨਾਥ ਹਨ, ਜਿਨ੍ਹਾਂ ਨੂੰ ਕੋਈ ਢੋਈ ਨਹੀਂ ਦਿੰਦਾ ਸੰਸਾਰ ਵਿੱਚ। ਸ਼ਰਨ ਆਏ ਤਾਂ ਨਿਰਮਲ ਹੋਈ, ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰ ਜੀ ਉਹਨੂੰ ਪੁੱਤਰ ਬਣਾ ਕੇ ਨਿਵਾਜਦੇ ਹਨ। ਕਹੋ ਨਾਨਕ ਤਿਹ ਜਾਣੀਐ। ਮਹਾਰਾਜ ਜੀ ਐਸੇ ਸਤਿਗੁਰ ਜੀ ਕਿੱਥੇ ਰਹਿੰਦੇ ਹਨ? ਹਜੂਰ ਕਹਿੰਦੇ ਹਨ, ਕਹੋ ਨਾਨਕ ਤਿਹ ਜਾਣੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਸਿੱਖਾ ਹਾਂਜੀ। ਸਦਾ ਬਸਤ ਤੁਮ ਸਾਥ। ਐਸੇ ਸਤਿਗੁਰ ਸਦਾ ਹੀ ਤੇਰੇ ਨਾਲ ਵਸਦੇ ਹਨ। ਜਿਸ ਤਰ੍ਹਾਂ ਮਾਤਾਵਾਂ ਕੀਰਤਨ ਵਿੱਚ ਫਰਮਾ ਰਹੀਆਂ ਸਨ, ਤੇਰੀ ਦੇਖਣ ਵਾਲੀ ਅੱਖ ਨਹੀਂ, ਉਹ ਸਤਿਗੁਰ ਜੀ ਤਾਂ ਸਦਾ ਤੇਰੇ ਨਾਲ ਵਸਦੇ ਹਨ। ਪਤਿਤ ਪਤਿਤ ਉਦਾਹਰਨ ਭੈ ਹਰਨ। ਕਿ ਅਫਜ਼ਲ ਗੁਨਾਹ ਹੈ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਵੱਡੇ ਵੱਡੇ ਗੁਣਾਂ ਨੂੰ ਬਖਸ਼ ਦਿੰਦਾ ਹੈ। ਪਤਿਤ ਉਦਾਹਰਨ ਭੈ ਹਰਨ, ਫਿਰ ਤੈਨੂੰ ਧੀਰਜ ਦੇਣ ਵਾਲਾ ਹੈ ਐਸਾ ਸਤਿਗੁਰ। ਮਹਾਰਾਜ ਜੀ ਫਰਮਾਉਂਦੇ ਹਨ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਪੀ ਭੱਜ ਖਲੇ। ਐਸੀ ਤੇਰੇ ਤੇ ਮੁਸ਼ਕਲ ਬਣ ਜਾਵੇ, ਤੈਨੂੰ ਢੋਈ ਦੇਣ ਵਾਲਾ ਕੋਈ ਨਾ ਹੋਵੇ, ਤੇਰੇ ਤੇ ਦੁਸ਼ਮਣ ਚੜ੍ਹ ਆਵੇ, ਤੇਰੇ ਸਾਕ ਸੰਬੰਧੀ ਸਭ ਤੈਨੂੰ ਛੱਡ ਜਾਣ। ਮਹਾਰਾਜ ਜੀ ਫਰਮਾਉਂਦੇ ਹਨ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਜੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇਗਾ, ਤਤੀ ਵਾਹ ਨਹੀਂ ਤੈਨੂੰ ਲੱਗ ਸਕਦੀ। ਧੰਨ ਬਾਬਾ ਬਿਧੀ ਚੰਦ ਜੀ, ਜਿਸ ਸਮੇਂ ਸਾਧ ਸੰਗਤ ਜੀ ਪੱਟੀ ਤੋਂ ਦਿਸਾਲੇ ਲੈ ਕੇ ਨਿਕਲੇ ਹਨ, ਧਰਮਵੀਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਸਿਰ ਤੇ ਹੱਥ ਹੈ। ਬਾਬਾ ਬਿਧੀ ਚੰਦ ਜੀ ਪੱਠੀ ਵਾਲੇ ਨੂੰ ਜਾ ਕੇ ਕਹਿੰਦੇ ਹਨ ਕਿ ਸਾਨੂੰ ਕਿਤੇ ਪਨਾਹ ਦੇ, ਕਿਉਂਕਿ ਬਾਬਾ ਜੀਆਂ ਦਾ ਹੁਲੀਆ ਜਾਰੀ ਹੋ ਗਿਆ ਸੀ। ਉਸੇ ਸਮੇਂ ਪੱਠੀ ਵਾਲੇ ਨੂੰ ਪਤਾ ਲੱਗ ਗਿਆ, ਜੇ ਮੈਂ ਇਹਨੂੰ ਪਨਾਹ ਦਿੱਤੀ ਮੇਰਾ ਪਰਿਵਾਰ ਖਤਰੇ ਵਿੱਚ ਆ ਜਾਵੇਗਾ। ਪੱਠੀ ਵਾਲਾ ਕਹਿੰਦਾ ਹੈ, ਮੇਰੇ ਕੋਲ ਤਪਦੀ ਹੋਈ ਪੱਠੀ ਹੈ। ਬਾਬਾ ਬਿਧੀ ਚੰਦ ਜੀ ਕਹਿੰਦੇ ਹਨ, ਮੈਂ ਵੀ ਐਸੇ ਸਤਿਗੁਰਾਂ ਦਾ ਸਿੱਖ ਹਾਂ। ਜੇ ਪੱਠੀ ਹੈ ਤੇ ਕੜਾਈ ਚੱਕ ਦੇ ਫਿਰ ਪੱਠੀ ਦੇ ਉੱਤੋਂ। ਅੰਦਰ ਆਸਣ ਲਾ ਕੇ ਬੈਠ ਗਏ ਹਨ ਬਾਬਾ ਬਿਧੀ ਚੰਦ ਜੀ। ਇਧਰ ਸਤਿਗੁਰ ਜੀਆਂ ਨੇ ਸਿੱਖਾਂ ਨੂੰ ਕਿਹਾ ਹੈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਸੀਸ ਤੇ ਗੁਰਸਿੱਖੋ ਅੱਜ ਜਲ ਪਾਈ ਜਾਵੋ। ਸਤਿਗੁਰ ਜੀਆਂ ਦੇ ਸੀਸ ਤੇ ਗੁਰਸਿੱਖ ਜਲ ਪਾ ਰਹੇ ਹਨ। ਸਾਰਾ ਤਪਸ਼ ਸਤਿਗੁਰਾਂ ਨੇ ਆਪਣੇ ਉੱਪਰ ਲੈ ਲਿਆ ਹੈ। ਪਰ ਬਾਬਾ ਬਿਧੀ ਚੰਦ ਜੀ ਉਸੇ ਤਰ੍ਹਾਂ ਜਿਸ ਸਮੇਂ ਭੱਠੀ ਵਾਲੇ ਨੇ ਦੇਖਿਆ, ਹੁਣ ਤੀਕਰ ਤਾਂ ਗੁਰਸਿੱਖਾਂ ਦੀ ਰਾਖ ਵੀ ਨਹੀਂ ਗੁਰਸਿੱਖ ਦੀ ਮਿਲੀ ਹੋਵੇਗੀ। ਬਾਬਾ ਬਿਧੀ ਚੰਦ ਜੀ ਉਸੇ ਸਮੇਂ ਭੱਠੀ 'ਚ ਉਸੇ ਤਰ੍ਹਾਂ ਖਲੋਤ ਗਏ ਹਨ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਤੇ ਚਰਨ ਸ਼ਰਨ ਦਾ ਆਸਰਾ ਹੈ। ਭੈ ਹਰਨ, ਮਹਾਰਾਜ ਜੀਆਂ ਨੇ ਗੁਰਸਿੱਖਾਂ 'ਚੋਂ ਸਾਰੇ ਭੈ ਚੱਕ ਦਿੱਤੇ ਹਨ। ਹਾਂਜੀ, ਹਰ ਅਨਾਥ ਕੇ ਨਾਥ। ਹਰ ਅਨਾਥ ਕੇ ਨਾਥ। ਮਹਾਰਾਜ ਜੀ ਤਾਂ ਅਨਾਥਾਂ ਦੇ ਨਾਥ ਕਹੇ ਜਾਂਦੇ ਹਨ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਖੋਟਿਆਂ ਨੂੰ ਸਤਿਗੁਰ ਜੀ ਖਰੇ ਕਰ ਦਿੰਦੇ ਹਨ। ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਕਹਿੰਦਾ ਹੈ ਮਹਾਰਾਜ ਜੀ, ਆਪ ਜੀਆਂ ਦੇ ਘਰ ਦੇ ਕੂਕਰ ਕੁੱਤੇ ਕਹੇ ਜਾਂਦੇ ਹਾਂ ਸਤਿਗੁਰ ਜੀ। ਬਾਜਾਂ ਵਾਲੇ ਪਿਤਾ ਜੀ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਹਜੂਰ ਭਾਗ ਲਾ ਰਹੇ ਹਨ। ਹਜੂਰ ਦੇ ਪਾਸ ਇੱਕ ਕੁੱਤਾ ਆਉਂਦਾ ਹੈ, ਕੂਕਰ ਆਉਂਦਾ ਹੈ। ਸਤਿਗੁਰ ਜੀ ਪ੍ਰਸ਼ਾਦਾ ਛਕ ਰਹੇ ਸੀ। ਆਪਣੇ ਪ੍ਰਸ਼ਾਦੇ ਵਿੱਚੋਂ ਸਤਿਗੁਰਾਂ ਜੀਆਂ ਨੇ ਸੀਤ ਪ੍ਰਸ਼ਾਦ ਕੁੱਤੇ ਨੂੰ ਪਾਇਆ ਹੈ। ਕਿੱਡੇ ਵੱਡੇ ਭਾਗ ਹੋਣਗੇ ਉਸ ਕੂਕਰ ਦੇ। ਪਾਸ ਭਾਈ ਨੰਦ ਲਾਲ ਜੀ ਬੈਠੇ ਹਨ, ਹੱਥ ਜੋੜ ਕੇ ਕਹਿੰਦੇ ਹਨ, ਸਤਿਗੁਰ ਜੀ ਆਪ ਜੀਆਂ ਦਾ ਇੱਕ ਕੂਕਰ ਸਤਿਗੁਰ ਜੀ ਇੱਧਰ ਵੀ ਬੈਠਾ ਹੈ, ਇਹਨੂੰ ਵੀ ਮਹਾਰਾਜ ਜੀ ਕੋਈ ਟੁਕੜਾ ਪਾ ਦੇਵੋ। ਹਜੂਰ ਨੇ ਕਿਹਾ ਸੀ, ਭਾਈ ਨੰਦ ਲਾਲ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਕੂਕਰ ਬਣਨਾ ਕੋਈ ਸੌਖੀ ਬਾਤ ਨਹੀਂ ਹੈ। ਸਤਿਗੁਰ ਜੀ ਕਿਰਪਾ ਕਰਨ ਸਾਧ ਸੰਗਤ ਜੀ, ਤਾਂ ਹੀ ਸਤਿਗੁਰਾਂ ਦੇ ਘਰ ਦਾ ਕੂਕਰ ਬਣ ਸਕੀਦਾ ਹੈ। ਹਜੂਰ ਕਹਿੰਦੇ ਹਨ, ਅਰਦਾਸ ਕਰਿਆ ਕਰ ਮਹਾਰਾਜ ਜੀ। ਮਹਾਰਾਜ ਜੀ ਤਾਂ ਪਤਿਤ ਉਦਾਹਰਣ ਭੈ ਹਰਨ ਹਨ। ਹਰ ਅਨਾਥ ਕੇ ਨਾਥ, ਅਨਾਥ ਬਣ ਜਾਇਆ ਕਰ ਸਤਿਗੁਰਾਂ ਕੋਲ ਆ ਕੇ। ਮਹਾਰਾਜ ਜੀ ਜੇ ਤੁਸੀਂ ਨਾ ਸ਼ਰਨ ਦਿੱਤੀ, ਹਜੂਰ ਜੱਗ 'ਚ ਤਾਂ ਹੋਰ ਕਿਹਨੇ ਸਾਨੂੰ ਸ਼ਰਨ ਦੇਣੀ ਹੈ। ਸਾਡੇ ਸੀਸ ਤੇ ਆਪਣਾ ਸਤਿਗੁਰ ਜੀ ਹੱਥ ਰੱਖਿਆ ਜੇ। ਕਹੋ ਨਾਨਕ ਤਿਹ ਜਾਣੀਐ। ਮਹਾਰਾਜ ਜੀ ਕਹਿੰਦੇ ਹਨ, ਉਹਨਾਂ ਸਤਿਗੁਰਾਂ ਨੂੰ ਹੀ ਆਪਣਾ ਮਾਤਾ ਪਿਤਾ ਜਾਣ ਲਾ। ਰੇ ਮਨ ਓਟ ਲਿਹੋ ਹਰ ਨਾਮਾ। ਮਹਾਰਾਜ ਜੀ ਕਹਿੰਦੇ ਹਨ, ਹਰੀ ਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਓਟ ਲੈ ਲਾ। ਜਾ ਕੇ ਸਿਮਰਤ ਦੁਰਮਤ ਨਾਸੈ, ਪਾਵੈ ਪਦ ਨਿਰਬਾਨਾ। ਖੋਟੀ ਬੁੱਧੀ ਸਤਿਗੁਰਾਂ ਦਾ ਸਿਮਰਨ ਕੀਤਿਆਂ ਨਾਸ ਹੋ ਜਾਂਦੀ ਹੈ। ਨਿਰਵਾਣ ਪਦਵੀ ਨੂੰ ਪਾ ਕੇ ਨਿਹਾਲ ਹੋਈਦਾ ਹੈ। ਸਦਾ ਬਸਤ ਤੁਮ ਸਾਥ। ਐਸੇ ਸਤਿਗੁਰ ਜੀ ਸਦਾ ਤੇਰੇ ਨਾਲ ਵਸਦੇ ਹਨ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਅਜਾ ਮਲ ਕੋ ਅੰਤ ਕਾਲ ਮਹਿ, ਨਾਰਾਇਣ ਸੁਧ ਆਈ। ਜਾ ਗਤ ਕੋ ਜੋਗੀਸਰ ਬਾਂਛਿਤ, ਸੋ ਗਤ ਖਿਨ ਮੈਂ ਪਾਈ। ਅਜਾਮਲ ਪਾਪੀ ਜਗ ਜਾਣੇ। ਅਜਾਮਲ ਨੂੰ ਸਾਧ ਸੰਗਤ ਜੀ ਸਾਰਾ ਸੰਸਾਰ ਪਾਪੀ ਕਹਿੰਦਾ ਸੀ। ਅਜਾਮਲ ਨਹੀਂ ਸੀ ਕੋਈ ਕਹਿੰਦਾ, ਕਹਿੰਦੇ ਸੀ ਅਜਾਮਲ ਪਾਪੀ ਹੈ। ਅੰਤਲੇ ਸਮੇਂ ਵਿੱਚ ਜਿਸ ਸਮੇਂ ਪੁੱਤਰ ਨੂੰ ਯਾਦ ਕਰਦਾ ਸੀ, ਵਾਜਾ ਮਾਰਦਾ ਸੀ ਪੁੱਤਰ ਨੂੰ ਨਾਰਾਇਣ, ਉਸ ਸਮੇਂ ਬਿਰਤੀ ਕਾਲ ਪੁਰਖ ਵਾਹਿਗੁਰੂ ਵਿੱਚ ਟਿਕ ਗਈ ਅਜਾਮਲ ਦੀ। ਉਸੇ ਸਮੇਂ ਸਾਧ ਸੰਗਤ ਜੀ ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ, ਛਿਨ ਮੈਂ ਛਿਨ ਮਾਤਰ ਸਮਾਂ ਨਹੀਂ ਲੱਗਾ, ਸੋ ਗਤ ਛਿਨ ਮੈਂ ਪਾਈ। ਛਿਨ ਮਾਤਰ ਸਮੇਂ ਵਿੱਚ ਮੁਕਤੀ ਹੋ ਗਈ ਉਸ ਅਜਾਮਲ ਦੀ। ਮਹਾਰਾਜ ਜੀ ਕਹਿੰਦੇ ਹਨ, ਨਾਹਣ ਗੁਣ ਨਾਹਣ ਕਛ ਵਿਦਿਆ, ਧਰਮ ਕੌਣ ਗੱਜ ਕੀਨਾ। ਦੇਖ ਫਿਰ ਹਾਥੀ ਦੀ ਸਾਧ ਸੰਗਤ ਜੀਓ ਕਥਾ ਸਭ ਨੇ ਸਰਵਣ ਕੀਤੀ ਹੈ। ਜਿਸ ਸਮੇਂ ਹਾਥੀ ਨੇ ਸੁੰਡ ਦੇ ਵਿੱਚ ਕਮਲ ਦਾ ਫੁੱਲ ਲੈ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਸੀ, ਹਜੂਰ ਕਹਿੰਦੇ ਹਨ, ਤੂੰ ਤਾਂ ਮਨੁੱਖ ਹੈ। ਨਾਹਣ ਗੁਣ, ਹਾਥੀ ਵਿੱਚ ਦੇਖ ਕਿਹੜਾ ਗੁਣ ਸੀ, ਤੂੰ ਤਾਂ ਗੁਣ ਵੀ ਧਾਰਨ ਕਰ ਸਕਦਾ ਹੈ। ਨਾਹਨ ਕਛ ਵਿਦਿਆ, ਕੋਈ ਵਿਦਿਆ ਵੀ ਨਹੀਂ ਸੀ ਪੜ੍ਹੀ ਹਾਥੀ ਨੇ, ਤੂੰ ਤਾਂ ਚੰਗੀ ਪੜ੍ਹਾਈ ਲਿਖਾਈ ਵੀ ਸਾਨੂੰ ਲੱਗਦਾ ਕੀਤੀ ਹੈ। ਮਹਾਰਾਜ ਜੀ ਕਹਿੰਦੇ ਹਨ, ਧਰਮ ਕੌਣ ਗੱਜ ਕੀਨਾ। ਹਾਥੀ ਨੇ ਕਿਹੜਾ ਕੋਈ ਧਰਮ ਕਮਾਇਆ ਸੀ, ਤੂੰ ਤਾਂ ਸਾਨੂੰ ਲੱਗਦਾ ਹੈ ਧਰਮ ਵੀ ਕਮਾ ਸਕਦਾ ਹੈ। ਨਾਨਕ ਬਿਰਦ ਰਾਮ ਕਾ ਦੇਖੋ, ਭੈ ਦਾਨ ਤਿਹ ਦੀਨਾ। ਮਹਾਰਾਜ ਜੀ ਕਹਿੰਦੇ ਹਨ, ਮੇਰੇ ਕਾਲ ਪੁਰਖ ਵਾਹਿਗੁਰੂ ਦਾ ਬਿਰਦ ਤਾਂ ਦੇਖੋ, ਭੈ ਦਾਨ ਉਸ ਹਾਥੀ ਨੂੰ ਦੇ ਛੱਡਿਆ ਹੈ। ਦੇਖੋ ਸਤਿਗੁਰ ਜੀ ਐਸੇ ਸਦਾ ਤੇਰੇ ਨਾਲ ਵਸਦੇ ਹਨ। ਉਹਨਾਂ ਸਤਿਗੁਰਾਂ ਨੂੰ ਯਾਦ ਕਰਿਆ ਕਰ। ਤਨ ਧਨ ਜਿਹ ਤੋ ਕਉਦੀਓ। ਮਹਾਰਾਜ ਜੀ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਹਨ, ਤਨ ਤੇ ਫਿਰ ਧਨ, ਸੁੰਦਰ ਨਰ ਨਰੇਹੀ ਦੇਹੀ ਬਖਸ਼ੀ ਹੈ ਕਾਲ ਪੁਰਖ ਵਾਹਿਗੁਰੂ ਨੇ। ਫਿਰ ਇਸ ਦੇਹੀ ਦੇ ਨਿਰਵਾਣ ਵਾਸਤੇ ਧਨ ਵੀ ਬਖਸ਼ਿਆ ਹੈ ਸਤਿਗੁਰਾਂ ਨੇ। ਤਾਂ ਸਿਉ ਨੇਹੋ ਨਾ ਕੀਨ। ਐਸੇ ਸਤਿਗੁਰਾਂ ਨੂੰ ਮਨਾ ਕਿਉਂ ਨੇਹੋ ਪ੍ਰੇਮ, ਉਸ ਸਤਿਗੁਰ ਦੇ ਨਾਲ ਤਾਂ ਤੂੰ ਪ੍ਰੇਮ ਹੀ ਨਹੀਂ ਕੀਤਾ। ਕਹੋ ਨਾਨਕ ਨਰ ਬਾਬਰੇ। ਮਹਾਰਾਜ ਜੀ ਫਰਮਾਉਂਦੇ ਹਨ, ਹੇ ਬਾਬਰੇ ਝੱਲੇ ਹੋਏ ਮਨੁੱਖ, ਦੱਸ ਕਿਉਂ ਨਹੀਂ ਐਸੇ ਸਤਿਗੁਰਾਂ ਨਾਲ ਪ੍ਰੇਮ ਕਰਦਾ। ਅਬ ਕਿਉਂ ਡੋਲਤ ਦੀਨ। ਤੇ ਹੁਣ ਅੰਤਲਾ ਸਮਾਂ ਆ ਗਿਆ ਹੈ ਤੇਰਾ, ਹੁਣ ਧਰਮ ਤੋਂ ਕਿਉਂ ਡਿੱਗਦਾ ਹੈ। ਦੀਨ, ਇੰਨਾ ਨਿਦਾਨ ਜਿਹਾ ਕਿਉਂ ਬਣਿਆ ਫਿਰਦਾ ਹੈ। ਸਤਿਗੁਰ ਜੀਆਂ ਨੇ ਤੈਨੂੰ ਤਨ ਦਿੱਤਾ ਸੀ, ਸੁੰਦਰ ਤਨ ਦਿੱਤਾ ਹੈ। ਦੇਖ ਕਿੰਨੇ ਸੁੰਦਰ ਅੰਗ ਪ੍ਰਤੰਗ ਬਖਸ਼ੇ ਹਨ। ਕਈਆਂ ਦੇ ਪਾਸ ਤਾਂ ਹੱਥ ਹੀ ਨਹੀਂ ਹੁੰਦੇ, ਕਈਆਂ ਨੂੰ ਦੇਖਣ ਵਾਲੀ ਦ੍ਰਿਸ਼ਟੀ ਨਹੀਂ ਹੁੰਦੀ। ਸਭ ਕੁਝ ਤੈਨੂੰ ਦਿੱਤਾ ਹੈ। ਫਿਰ ਧਨ ਦਿੱਤਾ ਹੈ, ਸੁੰਦਰ ਕੱਪੜੇ ਬਖਸ਼ੇ ਹਨ। ਪੱਤ ਢੱਕਣ ਨੂੰ ਸਤਿਗੁਰਾਂ ਜੀਆਂ ਨੇ। ਐਸੇ ਸਤਿਗੁਰ ਜੀਆਂ ਨਾਲ ਸਾਰੀ ਉਮਰ ਲੰਘ ਗਈ ਹੈ। ਉਹਨਾਂ ਨੂੰ ਸਟੋਰ ਕਰਨ ਵਿੱਚ ਹੀ ਤੇਰੀ ਉਮਰ ਲੰਘ ਗਈ।
ਤਾਸਿਓ ਨੇਹੋ ਨਾ ਕੀਣ। ਜਿਨੇ ਦਿੱਤਾ ਹੈ ਦਾਤ ਪਿਆਰੀ, ਵਿਸਰਿਆ ਦਾਤਾਰਾ। ਦਤਾਰ ਪਿਤਾ ਨੂੰ ਤਾਂ ਵਿਸਾਰ ਛੱਡਿਆ ਹੈ, ਇਹਨਾਂ ਚੀਜ਼ਾਂ ਨਾਲ ਹੀ ਪ੍ਰੇਮ ਲਾਈ ਬੈਠਾ ਹੈ। ਤਨ ਤਨ ਸੰਪੈ ਸੁਖ ਦਿਓ। ਫਿਰ ਸਾਧ ਸੰਗਤ ਜੀ, ਸਤਿਗੁਰ ਜੀਆਂ ਨੇ ਤਨ ਤੇ ਧਨ ਸੰਪੈ ਦਿੱਤੀ ਹੈ, ਪ੍ਰਾਪਰਟੀ ਦਿੱਤੀ ਹੈ। ਇੰਨੇ ਸੁੰਦਰ ਮਹਾਰਾਜ ਜੀਆਂ ਨੇ ਸੁਖ ਦਿੱਤੇ ਹਨ ਜੀਵਨ ਬਤੀਤ ਕਰਨ ਵਾਸਤੇ। ਅਰ ਜਿਹ ਨੀਕੇ ਧਾਮ। ਅਤੇ ਬੜੇ ਸੁੰਦਰ ਸਤਿਗੁਰ ਜੀਆਂ ਨੇ ਨੀਕੇ ਧਾਮ, ਸੁੰਦਰ ਘਰ ਰਹਿਣ ਨੂੰ ਦਿੱਤਾ ਹੈ ਤੈਨੂੰ ਸਤਿਗੁਰਾਂ ਨੇ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਕਹਿੰਦੇ ਹਨ, ਹੇ ਮੇਰੇ ਮਨਾ, ਤੂੰ ਸੁਣਨਾ ਕਰ ਆਪਣੇ ਮਨ ਕਰਕੇ ਸਾਡੇ ਬਚਨਾਂ ਨੂੰ। ਸਿਮਰਤ ਕਾਹੇ ਨਾ ਰਾਮ। ਫਿਰ ਕਾਦੇ ਵਾਸਤੇ? ਜੇ ਤੇਰੇ ਪਾਸ ਇਹ ਸਭ ਚੀਜ਼ਾਂ ਨਾ ਹੋਣ ਤਾਂ ਸਮਝੀਏ ਤੂੰ ਕਿਉਂ ਨਹੀਂ ਨਾਮ ਜਪਿਆ। ਮਹਾਰਾਜ ਜੀ ਜ਼ਬਾਨ ਹੀ ਨਹੀਂ ਦਿੱਤੀ ਸੀ, ਤੁਸੀਂ ਨਾਮ ਕਿਵੇਂ ਜਪਣਾ ਹੈ? ਹਜੂਰ ਕਹਿੰਦੇ ਹਨ, ਧਨ ਦਿੱਤਾ ਹੈ। ਮਹਾਰਾਜ ਜੀ ਰਹਿਣ ਨੂੰ ਛੱਤ ਨਹੀਂ ਸੀ, ਹਜੂਰ ਨੇ ਛੱਤ ਵੀ ਦੇ ਦਿੱਤੀ ਹੈ। ਫਿਰ ਮਹਾਰਾਜ ਜੀ ਪੈਸਾ ਨਹੀਂ ਸੀ, ਹਜੂਰ ਕਹਿੰਦੇ ਹਨ ਪੈਸਾ ਵੀ ਦੇ ਦਿੱਤਾ ਹੈ। ਕੋਈ ਛੱਡੀ ਨਹੀਂ ਐਸੀ ਚੀਜ਼ ਜਿਹਨੂੰ ਤੇਰੀ ਲੋੜ ਹੋਵੇ। ਮਹਾਰਾਜ ਜੀ ਆਂਦੇ ਹਨ, ਸਾਨੂੰ ਪੁੱਛਦੇ ਹਨ ਅਖੀਰਲੀ ਪੰਕਤੀ, ਕਹੋ ਨਾਨਕ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਕਹਿੰਦੇ ਹਨ, ਹੇ ਮੇਰਿਆ ਮਨਾ, ਤੂੰ ਸੁਣਨਾ ਕਰ। ਸਿਮਰਤ ਕਾਹੇ ਨਾ ਰਾਮ। ਫਿਰ ਕਾਦੇ ਵਾਸਤੇ ਉਸ ਕਾਲ ਪੁਰਖ ਵਾਹਿਗੁਰੂ ਦਾ ਤੂੰ ਸਿਮਰਨ ਨਹੀਂ ਕਰਦਾ? ਕਿਹੜੇ ਚੱਕਰਾਂ 'ਚ ਵਿਚਾਰ ਛੱਡਿਆ ਹੈ? ਇਸੇ ਤਰ੍ਹਾਂ ਤਨ ਧਨ। ਤਨ ਧਨ ਜਿਹ ਤੋ ਕਉ ਦਿਓ। ਜਿਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰ ਜੀਆਂ ਨੇ ਐਸਾ ਤਨ ਬਖਸ਼ਿਆ ਹੈ ਸਾਨੂੰ। ਮਹਾਰਾਜ ਜੀ ਕਹਿੰਦੇ ਹਨ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਮੇਰਿਆ ਮਨਾ ਸਦਾ ਸਤਿਗੁਰ ਦੇ ਨਾਲ ਲੱਗਿਆ ਰਿਹਾ ਕਰ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਜਦੋਂ ਸਤਿਗੁਰਾਂ ਦੇ ਨਾਮ ਲੱਗਾ ਰਹੇਗਾ ਸਭ ਦੁੱਖ ਵਿਸਰ ਜਾਣਗੇ। ਸਤਿਗੁਰ ਜੀ ਫਿਰ ਕੀ ਕਰਨਗੇ? ਅੰਗੀਕਾਰ ਉਹ ਕਰੇ ਤੇਰਾ। ਸਤਿਗੁਰ ਜੀ ਤੇਰਾ ਅੰਗੀਕਾਰ ਕਰਨਗੇ, ਤੇਰੀ ਰੱਖਿਆ ਕਰਨਗੇ। ਕਾਰਜ ਸਭ ਸਵਾਰਣਾ, ਪਤਾ ਨਹੀਂ ਲੱਗਣਾ ਤੇਰੇ ਕਾਰਜ ਕਿਵੇਂ ਹੋਈ ਗਏ ਹਨ। ਤੂੰ ਵੀ ਹੈਰਾਨ ਹੋ ਜਾਵੇਂਗਾ ਕਿ ਮੇਰੇ ਕਾਰਜ ਨਾ ਹੀ ਮੈਂ ਕਰਨ ਦੇ ਲਾਇਕ ਸੀ, ਪਤਾ ਨਹੀਂ ਕਿਹਨੇ ਕਰ ਦਿੱਤੇ। ਇਹ ਸਤਿਗੁਰ ਜੀ ਕਹਿੰਦੇ ਹਨ, ਕਾਰਜ ਸਭ ਸਵਾਰਣਾ। ਜਿਹੜੇ ਕਾਰਜ ਨੂੰ ਹੱਥ ਪਾਵੇਂਗਾ ਸਫਲਤਾ ਮਿਲਦੀ ਜਾਵੇਗੀ। ਫਿਰ ਸਤਿਗੁਰ ਜੀ ਫਰਮਾਉਂਦੇ ਹਨ, ਐ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਐਸੇ ਸਤਿਗੁਰਾਂ ਦੇ ਨਾਲ ਸਦਾ ਮਿਲ ਕੇ ਰਹੇ। ਸਤਿਗੁਰ ਜੀ ਫਰਮਾਉਂਦੇ ਹਨ, ਖਾਦਾ ਪੈਦਾ ਮੁਕਰ ਪਾਏ। ਸਤਿਗੁਰ ਜੀਆਂ ਦੇ ਦੁਆਰਾ ਦਿੱਤਾ ਹੋਇਆ ਤਨ ਧਨ ਜਿਹ ਤੋ ਕੋ ਦਿਓ। ਜਿਨ੍ਹਾਂ ਸਤਿਗੁਰਾਂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਕਹਿੰਦਾ ਹੈ ਮੈਨੂੰ ਦਿੱਤਾ ਹੀ ਕੀ ਏ? ਮੈਨੂੰ ਤਾਂ ਕੁਝ ਦਿੱਤਾ ਹੀ ਨਹੀਂ ਸਤਿਗੁਰਾਂ ਨੇ। ਹਜੂਰ ਕਹਿੰਦੇ ਹਨ, ਜੇ ਤੂੰ ਮੁਕਰਦਾ ਹੈ ਇਸ ਚੀਜ਼ ਨੂੰ ਤੇ ਇਸ ਨੂੰ ਜੁਹ ਹੈ ਦੂਤ ਧਰਮ ਰਾਏ। ਧਰਮ ਰਾਏ ਦੇ ਦੂਤ ਫਿਰ ਉਹਨੂੰ ਬੜਾ ਤਸੀਹੇ ਦਿੰਦੇ ਹਨ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ, ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੇਣਾ। ਉਹਨਾਂ ਸਤਿਗੁਰਾਂ ਤੋਂ ਬੇਮੁਖ ਹੁੰਦਾ ਹੈ ਮਣਾ, ਜਿਨ੍ਹਾਂ ਸਤਿਗੁਰਾਂ ਜੀਆਂ ਨੇ ਇਹ ਸੁੰਦਰ ਜੀਓ ਸਰੀਰ ਦਿੱਤਾ ਹੈ, ਪਿੰਡ ਰਹਿਣ ਵਾਸਤੇ ਸਰੀਰ ਦਿੱਤਾ ਹੈ। ਕੋਟ ਜਨਮ ਭਰਮ ਹੈ ਬਹੁ ਜੂਨਾ। ਜੇ ਮੁਕਰੇਗਾ ਬਹੁਤੀਆਂ ਜੂਨੀਆਂ ਵਿੱਚ ਤੈਨੂੰ ਭਰਮ ਕੇ ਆਉਣਾ ਪਵੇਗਾ। ਸਾਖਤ ਕੀ ਐਸੀ ਹੈ ਰੀਤ। ਸਤਿਗੁਰ ਜੀ ਕਹਿੰਦੇ ਹਨ, ਇਹ ਸਾਖਤ ਪੁਰਸ਼ਾਂ ਦੀ ਰੀਤ ਹੈ, ਪਾਪੀ ਭੈੜੇ ਮਨੁੱਖਾਂ ਦੀ ਇਹ ਰੀਤ ਹੈ। ਕਹਿੰਦੇ ਹਨ, ਸਾਨੂੰ ਦਿੱਤਾ ਹੀ ਕੀ ਹੈ? ਜੋ ਕਿਛ ਕਰੈ ਸਗਲ ਵਿਪਰੀਤ। ਜੋ ਵੀ ਕਰਦੇ ਹਨ ਬੇਮੁਖਤਾ ਵਾਲੇ ਬਚਨ ਕਰਦੇ ਹਨ। ਕਹਿੰਦੇ ਹਨ, ਰੱਬ ਥੋੜੀ ਨਾ ਮੂੰਹ ਵਿੱਚ ਆ ਕੇ ਬੁਰਕੀ ਪਾਵੇਗਾ। ਐਸੀਆਂ ਨਾਸਤਕ ਪੁਣੇ ਵਾਲੇ ਬਚਨ ਕਰਦੇ ਹਨ। ਇਤਿਹਾਸ ਗਵਾਹੀ ਦਿੰਦਾ ਹੈ, ਰੱਬ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਕੋੜੀਆਂ ਨੂੰ ਕੋਈ ਲਾਗੇ ਨਾ ਸੀ ਲੱਗਣ ਦਿੰਦਾ, ਪਸ਼ੂ ਪੰਛੀ ਜਿਨ੍ਹਾਂ ਤੋਂ ਦੂਰ ਹੁੰਦੇ ਸੀ। ਹਜੂਰ ਗੁਰ ਅਰਜਨ ਪ੍ਰਤੱਖ ਹਰ।
ਹਜੂਰ ਆਪਣੇ ਕਰ ਕਮਲਾਂ ਨਾਲ ਉਹਨਾਂ ਦੇ ਮੂੰਹ ਵਿੱਚ ਗਰਾਹੀ ਪਾਇਆ ਕਰਦੇ ਸੀ। ਇਹ ਸਾਧ ਸੰਗਤ ਜੀ, ਜਿਸ ਤਰ੍ਹਾਂ ਸਾਖੀ ਆਉਂਦੀ ਹੈ, ਇੱਕ ਮਹਾਤਮਾ ਪਾਸ ਜਾ ਕੇ ਕਹਿੰਦਾ ਹੈ ਕੋਈ ਸੰਸਾਰੀ, ਕਹਿੰਦਾ ਹੈ ਮਹਾਰਾਜ ਜੀ ਮੈਨੂੰ ਧਨ ਦਵੋ, ਮੈਨੂੰ ਪੈਸਾ ਦਿੱਤਾ ਜਾਵੇ, ਚਾਹੀਦਾ ਤਾਂ ਸੀ ਨਾਮ ਮੰਗਦਾ। ਉਹਨਾਂ ਨੇ ਮਨ ਦੀ ਹਾਲਤ ਜਾਣ ਕੇ ਆਖਿਆ ਤੈਨੂੰ 1 ਲੱਖ ਰੁਪਈਆ ਦਿੰਦੇ ਹਾਂ, ਇੱਕ ਬਾਂਹ ਦੇ ਦੇ ਸਾਨੂੰ। ਕਹਿੰਦਾ ਹੈ ਬਾਂਹ ਥੋੜੀ ਨਾ ਦਿੱਤੀ ਜਾਂਦੀ ਹੈ, ਇੱਕ ਰੀ ਦੇਤੀ ਤੇ ਫਿਰ ਮੈਂ ਕੀ ਕਰਾਂਗਾ। ਅੱਗੋਂ ਕਹਿੰਦੇ ਹਨ ਤੈਨੂੰ 2 ਲੱਖ ਰੁਪਈਆ ਦਿੰਦੇ ਹਾਂ, ਦੋਵੇਂ ਲੱਤਾਂ ਦੇ ਦੇ ਸਾਨੂੰ। ਕਹਿੰਦਾ ਹੈ ਮੈਂ ਲੱਤਾਂ ਤਾਂ ਬੜੀਆਂ ਮੁੱਲਕ ਹਨ, ਇਹ ਥੋੜੀ ਨਾ ਦੇ ਦਾਂਗਾ। ਕਹਿੰਦੇ ਹਨ 3 ਲੱਖ ਦਿੰਦੇ ਹਾਂ, ਆਪਣੇ ਨੇਤਰ ਦੇ ਦੇ। ਕਹਿੰਦਾ ਹੈ ਫਿਰ ਮੈਂ ਦੇਖਾਂਗਾ ਕਿਵੇਂ ਜੇ ਮੈਂ ਨੇਤਰ ਦੇ ਦਿੱਤੇ। ਇਹ ਸਾਧ ਸੰਗਤ ਜੀ, ਉਹਨੂੰ ਪਤਾ ਲੱਗ ਗਿਆ ਫਿਰ ਕਿ ਸਤਿਗੁਰ ਜੀਆਂ ਵੱਲੋਂ ਦਿੱਤੀਆਂ ਹੋਈਆਂ ਇਹ ਅਮੁੱਲਕ ਦਾਤਾਂ ਹਨ। ਮੈਨੂੰ ਸਤਿਗੁਰ ਜੀਆਂ ਨੇ ਐਸਾ ਮੇਰੇ ਤੇ ਕਿਰਪਾ ਕੀਤੀ ਹੈ। ਹਜੂਰ ਕਹਿੰਦੇ ਹਨ ਸਾਕਤ ਦੀ ਐਸੀ ਰੀਤ ਹੈ, ਜੋ ਕਹਿੰਦਾ ਹੈ ਮੈਨੂੰ ਦਿੱਤਾ ਹੀ ਕੀ ਹੈ, ਜੋ ਕਿਛ ਕਰੈ ਸਗਲ ਵਿਪਰੀਤ। ਜਿਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਜਿਨ੍ਹਾਂ ਸਤਿਗੁਰ ਜੀਆਂ ਨੇ ਤੈਨੂੰ ਦਿੱਤਾ ਹੈ, ਉਹੀ ਠਾਕਰ ਮਨ ਵਿੱਚੋਂ ਵਿਸਾਰ ਛੱਡਿਆ ਹੈ। ਬੱਧੇ ਵਿਕਾਰ ਲਿਖੈ ਬਹੁ ਕਾਗਰ, ਫਿਰ ਵਿਕਾਰਾਂ ਦੇ ਵਿੱਚ ਸਾਰੀ ਉਮਰ ਲੰਘਦੀ ਹੈ, ਸਭ ਕਾਗਜ਼ ਦੇ ਉੱਪਰ ਲਿਖਿਆ ਜਾਂਦਾ ਹੈ। ਹਜੂਰ ਦੇ ਅੱਗੋਂ ਫਿਰ ਗੁਰਸਿੱਖਾਂ ਨੇ ਐਸੇ ਬਚਨ ਜਦੋਂ ਸੁਣੇ, ਅਰਦਾਸ ਕੀਤੀ ਮਹਾਰਾਜ ਜੀ ਫਿਰ ਕੀ ਕੀਤਾ ਜਾਵੇ। ਹਜੂਰ ਕਹਿੰਦੇ ਹਨ ਨਾਨਕ ਉਦਰ ਕਿਰਪਾ ਸੁਖ ਸਾਗਰ। ਸਤਿਗੁਰ ਜੀ ਤਾਂ ਕਿਰਪਾ ਦੇ ਸਾਗਰ ਹਨ, ਵਿਸ਼ਾਲ ਹਿਰਦਾ ਹੈ। ਕੀ ਹੋਇਆ ਤੂੰ ਜੇ ਕਹਿ ਦਿੱਤਾ ਸੀ ਕਿ ਦਿੱਤਾ ਕੀ ਹੈ, ਹੁਣੇ ਹੀ ਸ਼ਰਨ ਵਿੱਚ ਆ ਜਾ। ਸਤਿਗੁਰ ਜੀਆਂ ਨੂੰ ਕਿਰਪਾ ਦਾ ਸਾਗਰ ਕਿਹਾ ਜਾਂਦਾ ਹੈ। ਸਤਿਗੁਰ ਜੀ ਤੇਰਾ ਉਧਾਰ ਕਰ ਦੇਣਗੇ। ਪਾਰ ਬ੍ਰਹਮ ਤੇਰੀ ਸ਼ਰਨ ਆਏ, ਬੰਧਨ ਕਾਟ ਤਰੇ ਹਰ ਨਾਏ। ਮਹਾਰਾਜ ਜੀ ਤੈਨੂੰ ਸ਼ਰਨ ਦੇਣਗੇ, ਸਭ ਸੰਸਾਰੀ ਬੰਧਨ ਕੱਟ ਕੇ। ਮਹਾਰਾਜ ਜੀ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦੇਣਗੇ। ਤਾਂ ਸਿਓ ਨੇਹੋ ਨਾ ਕੀਨ, ਇਹ ਦੇਖ ਤਨ ਤੈਨੂੰ ਘੋੜੀ ਦੀ ਨਿਆਈ ਦਿੱਤਾ ਹੈ, ਨਾਮ ਜਪਣ ਦੀ ਨਿਆਈ ਦੇ ਘੋੜੀ ਜੀ। ਜਿਤ ਹਰ ਪਾਇਆ RAM, ਇਹ ਘੋੜੀ ਤੇ ਤੂੰ ਸਫ਼ਰ ਕਰਕੇ ਤੂੰ ਪਾਰ ਉਤਾਰਾ ਹੋਣਾ ਸੀ ਤੇਰਾ। ਤਾਸਿਓ ਨੇਹੋ ਨਾ ਕੀਨ, ਐਸੇ ਸਤਿਗੁਰਾਂ ਦੇ ਨਾਲ ਮਣਾ ਕਿਉਂ ਨਹੀਂ ਨੇਹੋ ਪ੍ਰੇਮ ਕਿਉਂ ਨਹੀਂ ਕਰਦਾ ਤੂੰ, ਕਿਉਂ ਐਸੇ ਸਤਿਗੁਰਾਂ ਨੂੰ ਤੂੰ ਵਿਸਾਰ ਛੱਡਿਆ ਹੈ। ਕਹੋ ਨਾਨਕ ਨਰ ਬਾਵਰੇ, ਮਹਾਰਾਜ ਜੀ ਕਹਿੰਦੇ ਹਨ ਨਰ ਬਾਵਰਾ ਹੋਇਆ ਫਿਰਦਾ ਹੈ, ਕਿੱਥੇ ਸੰਸਾਰ ਵਿੱਚ ਲੱਗਾ ਹੋਇਆ ਹੈ। ਅਬ ਕਿਉਂ ਡੋਲਤ ਦੀਨ ਤੋਂ ਕਿਉਂ ਡੋਲਦਾ ਹੈ, ਸੰਗਤ ਵਿੱਚ ਕਿਉਂ ਨਹੀਂ ਆਉਂਦਾ। ਇਹ ਮੱਖੀ ਦੀ ਉਦਾਹਰਣ ਕਬੀਰ ਸਾਹਿਬ ਦਿੰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਚੰਦਨ ਦੇ ਰੁੱਖ ਤੋਂ ਖੁਸ਼ਬੋਈ ਆਉਂਦੀ ਹੈ, ਮੱਖੀ ਕਦੇ ਚੰਗੀਆਂ ਚੀਜ਼ਾਂ ਤੇ ਨਹੀਂ ਬਹਿੰਦੀ। ਜਿੱਥੇ ਸਾਧ ਸੰਗਤ ਜੀ ਗੰਧ ਪਿੱਲ ਹੁੰਦਾ ਹੈ, ਉੱਥੇ ਜਾ ਕੇ ਸਦਾ ਮੱਖੀ ਬੈਠਦੀ ਹੈ। ਮੱਖੀ ਵਾਲੀ ਹਾਲਤ ਇਸ ਇਨਸਾਨ ਦੀ ਹੋ ਗਈ ਕਿ ਮਹਾਰਾਜ ਜੀ ਫਰਮਾਉਂਦੇ ਹਨ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ। ਪਾਪੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਭਾਉਂਦੀ, ਪੂਜਾ ਤਾਂ ਸਿਖਾਉਂਦੀ ਹੀ ਨਹੀਂ। ਕਹਿੰਦੇ ਹਨ ਇਹ ਵਿਹਲੇ ਲੋਕ ਹਨ ਜੋ ਸਤ ਸੰਗਤ ਕਰਦੇ ਹਨ, ਇਹਨਾਂ ਨੂੰ ਕੋਈ ਕੰਮ ਨਹੀਂ। ਕਿਹਨਾਂ ਨੇ ਦੱਸ ਛੱਡਿਆ ਹੈ ਕਿ 1-1, 2-2 ਘੰਟਾ ਕਥਾ ਕਰਿਆ ਕਰੋ, ਕੀਰਤਨ ਕਰਿਆ ਕਰੋ, 5 ਮਿੰਟ ਬਹੁਤ ਹੁੰਦਾ ਹੈ। ਇੱਥੇ ਵੀ ਸਾਧ ਸੰਗਤ ਜੀ ਦੇਖਣ ਨੂੰ ਮਿਲਦਾ ਹੈ, ਜਦੋਂ ਕੋਈ ਆਉਂਦਾ ਹੈ, ਕੋਈ ਸਮਾਗਮ ਹੋਵੇ, ਆਨੰਦ ਕਾਰਜ ਹੋਵੇ ਜਾਂ ਬਜ਼ੁਰਗਾਂ ਦੇ ਜਿਸ ਸਮੇਂ ਕਹਿੰਦੇ ਹਨ ਪਾਠੀ ਸਿੰਘ ਨੂੰ ਤੁਸੀਂ ਭੋਗ ਦੇ ਸ਼ਲੋਕ 5 ਮਿੰਟਾਂ 'ਚ ਹੀ ਪੜ੍ਹ ਦਿਓ, ਸਾਡੇ ਤੋਂ ਚੌਂਕੜਾ ਹੀ ਨਹੀਂ ਲੱਗਦਾ। ਸੰਸਾਰੀ ਪਿਤਾ ਨੂੰ ਵਿਸਾਰ ਛੱਡਿਆ ਹੈ। ਸੰਸਾਰੀ ਪਿਤਾ ਨੇ ਕੀ ਨਹੀਂ ਦਿੱਤਾ ਸੀ, ਸਾਰੀ ਉਮਰ ਇਹਨਾਂ ਬੱਚਿਆਂ 'ਚ ਕੱਢ ਦਿੱਤੀ, ਉਹਦੇ ਭੋਗ ਤੇ ਨਹੀਂ ਬਹਿ ਸਕਦੇ। ਸਤਿਗੁਰ ਜੀ ਕਹਿੰਦੇ ਹਨ ਜਿਨ੍ਹਾਂ ਸਤਿਗੁਰਾਂ ਨੇ ਇੰਨੀਆਂ ਦਾਤਾਂ ਬਖਸ਼ੀਆਂ ਹਨ, ਉਹਨਾਂ ਨੂੰ ਫਿਰ ਕਿੱਥੇ ਯਾਦ ਕਰਨਾ ਹੈ, ਕਿੱਥੇ ਮਨ ਵਿੱਚ ਚੈਨ ਆਉਣਾ ਹੈ। ਕਹਿੰਦੇ ਹਨ ਬਾਬਾ ਜੀ ਭੋਗ ਬਸ ਜਿੰਨੀ ਛੇਤੀ ਪੈਂਦਾ ਹੈ ਬਸ ਛੇਤੀ ਕਰ ਦੋ, 5 ਮਿੰਟ ਨਾ ਸਾਨੂੰ ਵੱਧ ਬਹਿਣਾ ਪੈ ਜਾਵੇ, ਸਕੈਜੂਲ ਹੀ ਬਹੁਤ ਬਿਜੀ ਹੈ ਸਾਡਾ। ਸਤਿਗੁਰ ਜੀ ਕਹਿੰਦੇ ਹਨ ਐਸੇ ਸਤਿਗੁਰ ਨੂੰ ਮਣਾ ਕਿਉਂ ਵਿਸਾਰ ਛੱਡਿਆ ਹੈ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਜਿਹੜੇ ਸ਼ਲੋਕ ਮੁਕਤੀ ਕਰ ਦਿੰਦੇ ਹਨ, ਮਨ ਦੇ ਵਿੱਚ ਵਿਰਾਗ ਪੈਦਾ ਹੁੰਦਾ ਹੈ, ਸੰਸਾਰ ਵਿੱਚੋਂ ਕਿਸੇ ਨੇ ਵੀ ਨਾਲ ਨਹੀਂ ਜਾਣਾ।
ਉਹ ਸ਼ਲੋਕ ਸੁਣਨ ਦਾ ਸਮਾਂ ਹੀ ਨਹੀਂ ਹੈਗਾ। ਮਹਾਰਾਜ ਜੀ ਕਹਿੰਦੇ ਹਨ, ਮਾਖੀ ਚੰਦਨ ਪਰ ਹਰੈ, ਚੰਦਨ ਦੀ ਨਿਆਈ ਖੁਸ਼ਬੂਆਂ ਸਤਿਗੁਰਾਂ ਦੀ ਸਤ ਸੰਗਤ ਖਿਲਾਰਦੀ ਹੈ, ਮੱਖੀ ਨੂੰ ਉਹ ਸਹਾਉਂਦੀ ਨਹੀਂ। ਉਥੋਂ ਮੱਖੀ ਸਦਾ ਦੂਰ ਜਾਂਦੀ ਹੈ, ਜਹ ਬਗੰਧ ਤਹ ਜਾਏ। ਜਿੱਥੇ ਤਾਂ ਰਾਤ ਨੂੰ ਕਹਿੰਦੇ ਹਨ ਵਿਆਹ ਸ਼ਾਦੀ ਹੋਵੇ, ਡੀਜੇ ਵਾਲੇ ਨੂੰ ਕਹਿੰਦੇ ਹਨ ਇੰਨੀ ਛੇਤੀ ਕਿਉਂ ਬੰਦ ਕਰ ਦਿੱਤਾ, ਹਜੇ ਤਾਂ ਰਾਤ ਦੇ 2 ਹੀ ਵਜੇ ਨੇ। ਫੇਵਰੇਟ ਮੇਰਾ ਥੋੜਾ ਜਿਹਾ ਨੱਚਣਾ ਰਹਿੰਦਾ ਹੈ, ਹੋਰ ਥੋੜਾ ਜਿਹਾ ਮੈਨੂੰ ਗੀਤ ਸੁਣਾ। ਜਿੱਥੇ ਸਤ ਸੰਗਤ ਹੈ 5 ਮਿੰਟ ਬਹਿ ਕੇ ਕਹਿੰਦੇ ਹਨ ਚੌਂਕੜਾ ਹੀ ਨਹੀਂ ਲੱਗਦਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਹੋਈਏ ਉਮਤ, ਸਿਮਰਨ ਕਰਨ ਦਾ ਸਾਨੂੰ ਵਾਲਣਾ ਹੋਵੇ। ਖੋਟੇ ਭਾਗ ਹਨ, ਸਤਿਗੁਰ ਦੀਆਂ ਦਾ ਨਾਮ ਲਿਆ ਹੀ ਜਮ ਦੂਰ ਹੋ ਜਾਂਦੇ ਹਨ। ਸਤਿਗੁਰ ਜੀ ਕਿਰਪਾ ਕਰਨ ਤਾਂ ਸਿਓ ਨੇਹੋ ਨਾ ਕੀਨ। ਮਹਾਰਾਜ ਜੀ ਕਹਿੰਦੇ ਹਨ, ਐਸੇ ਸਤਿਗੁਰਾਂ ਦੇ ਨਾਲ ਤੂੰ ਪ੍ਰੇਮ ਕਿਉਂ ਨਹੀਂ ਕੀਤਾ। ਹਜੂਰ ਤੋਂ ਸਾਧ ਸੰਗਤ ਜੀ ਗੁਰਸਿੱਖ ਫਿਰ ਸਿੱਖਿਆ ਲੈਂਦੇ ਹਨ। ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ, ਊਡੈ ਨਹਿ ਹੰਸ ਨਹਿ ਕੰਧ ਸੀਜੈ। ਮਹਾਰਾਜ ਜੀ ਕਹਿੰਦੇ ਹਨ, ਮੱਛੀ ਦੀ ਨਿਆਈ ਜੁਗਤ ਸਿੱਖ ਕੇ ਸਤਿਗੁਰਾਂ ਤੋਂ ਆਪਣੇ ਮਨ ਨੂੰ ਗੁਰਸਿੱਖ ਰੋਕ ਲੈਂਦੇ ਹਨ। ਗੁਰਸਿੱਖ ਮਨ ਨੂੰ ਕੀ ਕਹਿੰਦੇ ਹਨ, ਇਸੇ ਤਰ੍ਹਾਂ ਆਰੰਭ ਤੋਂ ਪੜਨਾ ਕੀਤਾ ਜਾਵੇ। ਤਨ ਤਨ ਜਿਹ ਤੋ ਕਉ ਦਿਓ। ਮਹਾਰਾਜ ਜੀ ਤੁਸੀਂ ਸਾਨੂੰ ਰਹਿਣ ਵਾਸਤੇ ਹਜੂਰ ਧਨ ਦਿੱਤਾ ਹੈ, ਫਿਰ ਹਜੂਰ ਧਨ ਦਿੱਤਾ ਹੈ। ਕੋਈ ਮਹਾਰਾਜ ਜੀ ਕਮੀ ਨਹੀਂ ਛੱਡੀ ਸੰਸਾਰ ਦੇ ਵਿੱਚ ਰਹਿਣ ਵਾਸਤੇ, ਚਾਹੇ ਥੋੜਾ ਹੋਵੇ। ਸਬਰ ਹੁੰਦਾ ਹੈ ਗੁਰਸਿੱਖਾਂ ਨੂੰ। ਜੇ ਘਰ ਦੇ ਵਿੱਚ ਇੱਕ ਟਾਈਮ ਰੋਟੀ ਪੱਕਦੀ ਹੈ, ਉਹ ਵੀ ਵੰਡ ਕੇ ਛਕਣ ਦੀ ਜੁਗਤ ਹੈ ਉਹਨਾਂ ਕੋਲ। ਕਹਿੰਦੇ ਹਨ ਮਹਾਰਾਜ ਜੀ ਲੋੜਾਂ ਤੋਂ ਵੀ ਵੱਧ ਦੇ ਛੱਡਿਆ ਜੇ, ਇੰਨੀ ਤਾਂ ਹਜੂਰ ਔਕਾਤ ਨਹੀਂ ਹੈ ਸਾਡੀ ਸੰਭਾਲਣ ਦੀ। ਤਨ ਧਨ ਜਿਹ ਤੋਕੋ ਦਿਓ, ਸਤਿਗੁਰ ਜੀ ਭਰਪੂਰ ਨਿਹਾਲ ਹੀ ਕਰ ਛੱਡਿਆ ਜੇ। ਤਾਂ ਸਿਓ ਨੇਹੋ ਨਾ ਕੀਨ। ਇੰਨਾ ਸਤਿਗੁਰਾਂ ਨਾਲ ਪ੍ਰੇਮ ਕਰਦੇ ਹਨ, ਸਤਿਗੁਰ ਦੀ ਸੇਵਾ ਸਿਮਰਨ ਚ ਦਿਨ ਰਾਤ ਮੱਛੀ ਦੀ ਨਿਆਈ ਡੁੱਬੇ ਰਹਿੰਦੇ ਹਨ। ਫਿਰ ਵੀ ਕਹਿੰਦੇ ਹਨ ਮਹਾਰਾਜ ਜੀ ਥੋੜਾ ਸਿਮਰਨ ਕਰਦੇ ਹਾਂ, ਤਾਂ ਸਿਓ ਨੇਹੋ ਨਾ ਕੀਨ। ਇੰਨਾ ਪ੍ਰੇਮ ਹੁੰਦਾ ਹੈ, ਫਿਰ ਵੀ ਕਹਿੰਦੇ ਹਾਂ ਸਤਿਗੁਰ ਜੀ ਤਾਂ ਸਿਓ ਨੇਹੋ ਨਾ ਕੀਨ। ਸਤਿਗੁਰ ਜੀ ਤੁਹਾਡੇ ਨਾਲ ਪ੍ਰੇਮ ਨਹੀਂ ਕਰ ਸਕਦੇ, ਮਨ ਤਾਂ ਮੁਗਧ ਹੈ। ਇੰਨਾ ਗੁਰਬਾਣੀ ਪੜ੍ਹਦੇ ਹਨ, ਫਿਰ ਵੀ ਕਹਿੰਦੇ ਹਨ ਸਤਿਗੁਰ ਜੀ ਸਾਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਕੁਝ, ਮੂਰਖ ਹਾਂ ਮਹਾਰਾਜ ਜੀ, ਸ਼ਰਨ ਵਿੱਚ ਆਏ ਹਾਂ ਤੁਹਾਡੀ, ਤੁਹਾਡੇ ਨਾਲ ਤਾਂ ਸਤਿਗੁਰ ਜੀ ਪ੍ਰੇਮ ਨਹੀਂ ਕਰ ਸਕੇ। ਕਹੋ ਨਾਨਕ ਨਰ ਬਾਬਰੇ। ਮਹਾਰਾਜ ਜੀ ਬਾਬਰੇ ਹਾਂ, ਕਮਲੇ ਹਾਂ ਮਹਾਰਾਜ ਜੀ, ਭੁੱਲ ਜਾਣੇ ਹਾਂ ਆਪ ਜੀਆਂ ਦੇ ਸਿਮਰਨ ਸ਼ਬਦ ਦੇ ਉਪਦੇਸ਼ ਤੋਂ। ਅਬ ਕਿਉਂ ਡੋਲਤ ਦੀਨ। ਫਿਰ ਮਨ ਨੂੰ ਪ੍ਰਬੋਧਦੇ ਹਨ। ਜੇ ਕਿਤੇ ਰਤਾ ਮਾਤਰ ਵੀ ਮਨ ਸੰਸਾਰ ਵੱਲ ਲੱਗ ਜਾਂਦਾ ਹੈ, ਕਿਤੇ ਮਨ ਵਿੱਚ ਫੁਰਨਾ ਹੀ ਆ ਜਾਂਦਾ ਹੈ, ਮੇਰੇ ਕੋਲ ਵੀ ਐਸੇ ਸੁੰਦਰ ਗੱਡੀਆਂ ਹੋਣੀਆਂ ਚਾਹੀਦੀਆਂ ਹਨ। ਫਿਰ ਮਨ ਨੂੰ ਕਹਿੰਦੇ ਹਨ ਕੀ ਨਹੀਂ ਦਿੱਤਾ ਹਜੂਰ ਨੇ ਮਣਾ। ਸਾਹ ਦੇ ਰਹੇ ਹਨ ਸਤਿਗੁਰ ਜੀ, ਜੇ ਸਾਹ ਹੀ ਖਿੱਚ ਲੈਣ ਕਿਹਨੇ ਗੱਡੀਆਂ ਚਲਾਉਣੀਆਂ ਹਨ। ਇਹ ਦੇਹ ਵਾਲੀ ਗੱਡੀ ਤੈਨੂੰ ਬਖਸ਼ੀ ਹੈ ਸਤਿਗੁਰਾਂ ਜੀਆਂ ਨੇ। ਅਬ ਕਿਉਂ ਡੋਲਤ ਦੀਨ। ਦੀਨ ਧਰਮ ਨੂੰ ਕਹਿੰਦੇ ਹਨ। ਮਣਾ ਧਰਮ ਤੋਂ ਕਿਉਂ ਡੋਲਦਾ ਹੈ, ਸਤਿਗੁਰ ਦੀ ਸ਼ਰਨ ਵਿੱਚ ਪਿਆ ਰਹਿ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਪਤਿਤ ਉਦਾਹਰਣ ਪੈ ਹਰਨ, ਹਰ ਅਨਾਥ ਕੇ ਨਾਥ ਹਨ। ਤਨ ਤਨ ਸੰਪੈ ਸੁਖ ਦਿਓ। ਫਿਰ ਸਾਧ ਸੰਗਤ ਜੀ ਸਤਿਗੁਰ ਜੀ ਅੱਗੇ ਫਰਮਾਉਂਦੇ ਹਨ, ਤਨ ਧਨ ਸੰਪੈ ਸੁਖ ਦਿਓ। ਕਿਹੜਾ ਸੁਖ ਹੈ ਜੋ ਸਤਿਗੁਰਾਂ ਜੀਆਂ ਨੇ ਨਹੀਂ ਦਿੱਤਾ। ਹਜੂਰ ਨੇ ਮਾਇਆ ਦਿੱਤੀ ਹੈ, ਲੋੜ ਮੁਤਾਬਕ ਦੇ ਛੱਡੀ ਹੈ। ਸਤਿਗੁਰ ਜੀ ਜਾਣਦੇ ਹਨ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜੇ ਬਾਲੀ ਹੋ ਜਾਵੇ ਤਾਂ ਵੀ ਚਿੰਤਾ ਲੱਗੀ ਰਹਿੰਦੀ ਹੈ। ਇਨਕਮ ਟੈਕਸ ਵਾਲਿਆਂ ਤੋਂ ਡਰਦੇ ਹਨ, ਫਿਰ ਚੋਰੀ ਹੋਣ ਤੋਂ ਡਰਦੇ ਹਨ। ਜਿਸ ਗ੍ਰਹਿ ਥੋੜੀ ਸੋ ਫਿਰੈ ਭ੍ਰਮਤਾ। ਜਿੰਦੇ ਕੋਲ ਥੋੜੀ ਹੈ ਉਹ ਵੀ ਭਰਮਦਾ ਫਿਰਦਾ ਹੈ। ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਮਹਾਰਾਜ ਜੀ ਕਹਿੰਦੇ ਹਨ ਸਾਡੇ ਗੁਰਸਿੱਖ ਇਹਨਾਂ ਦੋਵਾਂ ਅਵਸਥਾ ਤੋਂ ਮੁਕਤੇ ਹਨ। ਬਾਲੀ ਆ ਜਾਵੇ ਸ਼ੁਕਰਾਨਾ ਹੀ ਕਰਦੇ ਹਨ ਮਹਾਰਾਜ ਜੀ, ਦਾਨ ਪੁੰਨ ਕਰਦੇ ਹਨ। ਆਪ ਜੀਆਂ ਨੇ ਇੰਨਾ ਕੁਝ ਦਿੱਤਾ ਹੈ, ਨਾਲ ਥੋੜੀ ਨਾ ਲੈ ਜਾਣਾ ਹੈ। ਥੋੜਾ ਆ ਜੇ ਤਾਂ ਸਬਰ ਕਰਦੇ ਹਨ।
ਦੋ ਸੱਸੇ ਸ਼ੁਕਰ ਤੇ ਸਬਰ ਉਹਨਾਂ ਨੇ ਸਦਾ ਆਪਣੀਆਂ ਨੇਤਰਾਂ 'ਚ ਵਿਛਾ ਛੱਡੇ ਨੇ। ਮਹਾਰਾਜ ਜੀ ਤਨ ਤਨ ਸੰਪੈ ਸੁਖ ਦਿਓ, ਹਜੂਰ ਕਨੇਰੇ ਹੀ ਸਾਨੂੰ ਸੁਖ ਦਿੱਤੇ ਜੇ। ਹਰ ਜਿਹ ਨੀਕੇ ਧਾਮ, ਫਿਰ ਨੀਕੇ ਧਾਮ, ਧਾਮ ਸਾਧ ਸੰਗਤ ਜੀ ਘਰ ਨੂੰ ਕਹਿੰਦੇ ਹਨ। ਸੁੰਦਰ ਘਰ ਮਹਾਰਾਜ ਜੀਆਂ ਨੇ ਬਖਸ਼ੇ ਹਨ। ਇਸੇ ਤਰ੍ਹਾਂ ਸਤਿਗੁਰਾਂ ਨੇ ਉਹਨਾਂ ਨੂੰ ਸੱਚਖੰਡ ਰੂਪੀ ਨੀਕੇ ਧਾਮ ਸਦਾ ਹੀ ਉਹ ਸੱਚਖੰਡ ਵਿੱਚ ਆਪਣੀ ਬਿਰਤੀ ਲਾਈ ਰੱਖਦੇ ਹਨ ਹਜੂਰ ਦੇ ਚਰਨਾਂ ਕਮਲਾਂ ਦੇ ਨਾਲ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਰੀਰ ਰੂਪੀ ਮਹਾਰਾਜ ਜੀਆਂ ਨੇ ਰਹਿਣ ਵਾਸਤੇ ਘਰ ਦਿੱਤਾ ਹੈ, ਕਿਉਂਕਿ ਜਦੋਂ ਜੀਵ ਵਿੱਚੋਂ ਉਡਾਰੀ ਮਾਰ ਜਾਂਦਾ ਹੈ ਫਿਰ ਸਾਧ ਸੰਗਤ ਜੀ ਉਹੀ ਅੱਖਾਂ ਹੁੰਦੀਆਂ ਹਨ, ਉਹੀ ਕੰਨ ਹੁੰਦੇ ਹਨ। ਇਹ ਕੰਨ ਫਿਰ ਕਦੇ ਨਹੀਂ ਕੁਝ ਸੁਣਦੇ। ਇਹ ਵਿੱਚੋਂ ਜਦੋਂ ਜੀਵ ਉੱਡ ਜਾਂਦਾ ਹੈ, ਆਪਾਂ ਜਿਸ ਤਰ੍ਹਾਂ ਕਹਿੰਦੇ ਹਾਂ ਇਹ ਦੇਹ ਮੇਰੀ ਹੈ, ਇਹ ਕਾਰ ਮੇਰੀ ਹੈ, ਕਿਉਂਕਿ ਇਹ ਸਾਧ ਸੰਗਤ ਜੀ ਮੇਰੀ ਤਾਂ ਕਹਿੰਦੇ ਹਾਂ ਇਸ ਦੇ ਰਹਿਣ ਵਿੱਚ ਰਹਿਣ ਵਾਸਤੇ ਸਤਿਗੁਰਾਂ ਜੀਆਂ ਨੇ ਬਖਸ਼ੀ ਹੈ। ਐ ਥੋੜੀ ਨਾ ਕਹਿੰਦੇ ਹਾਂ ਇਹ ਦੇਹ ਮੈਂ ਹਾਂ। ਜਿਹੜਾ ਮੈਂ ਹੈ ਵਿੱਚ ਸਤਿਗੁਰ ਜੀ ਕਹਿੰਦੇ ਹਨ ਉਹਦੇ ਰਹਿਣ ਵਾਸਤੇ ਸੁੰਦਰ ਦੇਹੀ ਤੈਨੂੰ ਬਖਸ਼ੀ ਸੀ। ਕਹੋ ਨਾਨਕ ਸੁਨ ਰੇ ਮਨਾ, ਮਹਾਰਾਜ ਜੀ ਕਹਿੰਦੇ ਹਨ ਸਾਡਾ ਉਪਦੇਸ਼ ਸੁਣ। ਇਸੇ ਤਰ੍ਹਾਂ ਗੁਰਸਿੱਖ ਸਦਾ ਆਪਣੇ ਮਨ ਨੂੰ ਪ੍ਰਬੋਧਦੇ ਹਨ। ਮਨਾ ਸਤਿਗੁਰ ਦੀ ਗੱਲ ਸੁਣਿਆ ਕਰ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਉਹ ਸਰੀਰ ਵੀ, ਉਹ ਮਾਇਆ ਵੀ, ਉਹ ਧਨ ਵੀ ਪਵਿੱਤਰ ਹੋ ਜਾਂਦਾ ਹੈ। ਜਿਹੜੇ ਉਹ ਗੁਰਸਿੱਖ ਧਨ ਨੂੰ ਵਰਤਦੇ ਹਨ, ਜਿਹੜੇ ਘਰ ਵਿੱਚ ਰਹਿੰਦੇ ਹਨ, ਮਹਾਰਾਜ ਜੀ ਕਹਿੰਦੇ ਹਨ ਇੰਨਾ ਹੀ ਨਹੀਂ, ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ। ਮਹਾਰਾਜ ਜੀ ਕਹਿੰਦੇ ਹਨ ਮਾਤਾ ਪਿਤਾ ਕੁਟੰਬ ਸਾਧ ਸੰਗਤ ਜੀ ਇਸਤਰੀ ਦੁਆਰਾ ਵਧਿਆ ਹੋਇਆ ਪਰਿਵਾਰ ਸਹਿਤ ਸਿਉ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਉਹ ਪਵਿੱਤਰ ਕਰ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਫਿਰ ਕਹਦੇ ਪਵਿੱਤ ਸੁਣਦੇ ਪਵਿੱਤ। ਉਹਨਾਂ ਦੁਆਰਾ ਕੁਝ ਵੀ ਕਹੇ ਹੋਏ ਬਚਨ ਉਹ ਵੀ ਪਵਿੱਤਰ ਹੁੰਦੇ ਹਨ। ਜੋ ਵੀ ਉਹ ਸੁਣਦੇ ਹਨ ਉਹਦੇ ਵਿੱਚੋਂ ਹੀ ਸਾਧ ਸੰਗਤ ਜੀ ਦਰਬਾਰ ਸਾਹਿਬ ਦੀ ਘਟਨਾ ਹੈ। ਸ਼ਾਇਦ ਡੈਨਮਾਰਕ ਤੋਂ ਕੋਈ ਗੋਰਾ ਗਿਆ ਸੀ। ਉਹ ਪੁੱਛਦਾ ਹੈ ਜਿਹੜਾ ਸਿੰਘ ਉਹਦੇ ਨਾਲ ਗਾਈਡ ਸੀ, ਕਹਿੰਦਾ ਹੈ ਜੋ ਇਹ ਕੀਰਤਨ ਕਰ ਰਹੇ ਹਨ ਤੁਹਾਨੂੰ ਸਮਝ ਆ ਜਾਂਦਾ ਹੈ? ਸਿੱਖ ਨੇ ਕਿਹਾ ਸਾਨੂੰ ਨਹੀਂ ਸਮਝ ਆਉਣਾ, ਗੁਰਮੁਖੀ 'ਚ ਕੀਰਤਨ ਕਰ ਰਹੇ ਹਨ, ਹੋਰ ਕਿਹਨੂੰ ਸਮਝ ਆਵੇਗਾ? ਕਹਿੰਦਾ ਨਹੀਂ, ਇਹ ਤਾਂ ਡੱਚ 'ਚ ਕੀਰਤਨ ਕਰ ਰਹੇ ਹਨ। ਐਸਾ ਸਤਿਗੁਰਾਂ ਦਾ ਅਦੁੱਤੀ ਦਰਬਾਰ ਹੈ, ਗੋਰੇ ਨੂੰ ਉਹਦੀ ਭਾਸ਼ਾ ਵਿੱਚ ਉਹਦਾ ਕੀਰਤਨ ਸੁਣ ਰਿਹਾ ਹੈ। ਮਹਾਰਾਜ ਜੀ ਕਹਿੰਦੇ ਹਨ ਐਸੇ ਗੁਰਮੁਖਾਂ ਦੀ ਅਵਸਥਾ ਹੈ, ਚਾਹੇ ਕੋਈ ਕੋਲ ਆ ਕੇ ਉਹਨਾਂ ਨੂੰ ਕਹੀ ਜਾਵੇ ਇਹ ਤਾਂ ਪਾਪੀ ਹੈ। ਹੱਥ ਜੋੜ ਕੇ ਕਹਿੰਦੇ ਹਨ ਗੁਰਸਿੱਖਾ ਤੂੰ ਸਾਨੂੰ ਪਹਿਚਾਣ ਲਿਆ ਹੈ, ਅਸੀਂ ਤਾਂ ਪਾਪੀ ਹਾਂ। ਪਾਪੀ ਕਹਿਣ ਵਿੱਚ ਵੀ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਹੀ ਸੁਣਦਾ ਹੈ। ਮਹਾਰਾਜ ਜੀ ਕਹਿੰਦੇ ਹਨ ਕਹਤੇ ਪਵਿੱਤ ਸੁਣਤੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਐਸੇ ਪਵਿੱਤਰ ਹੋ ਜਾਂਦੇ ਹਨ ਜਿਨ੍ਹਾਂ ਨੇ ਸਤਿਗੁਰ ਜੀਆਂ ਦੇ ਚਰਨ ਕਮਲ ਹਿਰਦੇ ਵਿੱਚ ਵਸਾਏ ਹਨ। ਕਹੈ ਨਾਨਕ ਸੇ ਪਵਿੱਤ ਗੁਰਮੁਖ ਹਰ ਹਰ ਧਿਆਇਆ। ਜਿਹੜੇ ਗੁਰਸਿੱਖ ਹਰੀ ਹਰੀ ਦਾ ਨਾਮ ਜਪਦੇ ਹਨ ਸਦਾ ਉਹ ਪਵਿੱਤਰ ਪਵਿੱਤਰ ਹੋ ਜਾਂਦੇ ਹਨ। ਸਿਮਰਤ ਕਾਹੇ ਨਾ ਰਾਮ। ਮਹਾਰਾਜ ਜੀ ਸਾਨੂੰ ਪੁੱਛਦੇ ਹਨ ਸਿਮਰਤ ਕਾਹੇ ਨਾ ਰਾਮ, ਭਾਲਦਾ ਤਾਂ ਤੂੰ ਸੁਖ ਹੈ। ਸਤਿਗੁਰ ਪਾਸ ਆ ਕੇ ਵੀ ਕਹਿੰਦਾ ਹੈ ਸਤਿਗੁਰ ਜੀ ਸੁਖ ਦਵੋ। ਅੱਜ ਸਤਿਗੁਰ ਜੀ ਕਹਿ ਰਹੇ ਹਨ ਸਿਮਰਤ ਕਾਹੇ ਨਾ ਰਾਮ, ਕਾਹਦੇ ਵਾਸਤੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਸਿਮਰਦਾ? ਸੁਖ ਨਾਹੀ ਬਹੁਤਾ ਧਨ ਖਾਟੈ। ਮਹਾਰਾਜ ਜੀ ਕਹਿੰਦੇ ਹਨ ਬਹੁਤਾ ਧਨ ਖੱਟਣ ਦੇ ਨਾਲ ਦੇਖ ਕੈਨੇਡਾ ਆ ਕੇ ਵੀ ਤੂੰ ਧਨ ਖੱਟ ਲਿਆ ਹੈ, ਸੁਖ ਆਇਆ ਹੈ। ਸੁਖ ਤਾਂ ਕੀ ਆਉਣਾ ਸੀ, ਆਪਣੀ ਪਿਛਲੀ ਪਨੀਰੀ ਨੂੰ ਵੀ ਇੱਥੇ ਆ ਕੇ ਵਿਗਾੜ ਦਿੱਤਾ ਹੀ। ਭਾਵ ਬੱਚੇ ਤਾਂ ਦੇਖ ਤੇਰੇ ਨਾਲ ਰਹਿੰਦੇ ਹੀ ਨਹੀਂ। ਬਹੁਤਾਂਤ 'ਚ ਕੈਨੇਡਾ 'ਚ ਵੇਖਿਆ ਜਾਂਦਾ ਹੈ ਬਜ਼ੁਰਗ ਘਰ ਵਿੱਚ ਇੱਕ ਮਾਤਾ ਹੀ ਹੁੰਦੀ ਹੈ, ਬੱਚੇ ਕਹਿੰਦੇ ਹਨ ਅਲੱਗ ਰਹਿਣਾ ਪਸੰਦ ਕਰਦੇ ਹਨ। ਜੇ ਪੁੱਛੀਏ ਕਹਿੰਦੇ ਹਨ ਇੱਥੇ ਇਸੇ ਤਰ੍ਹਾਂ ਚੱਲਦਾ ਹੈ, ਇੱਥੋਂ ਦਾ ਕਲਚਰ ਹੈ। ਬੜਾ ਖੁਸ਼ ਹੋ ਕੇ ਦੱਸਦੇ ਹਨ ਪਰ ਮਨ ਦੇ ਵਿੱਚ ਚਿਹਰੇ ਤੋਂ ਪ੍ਰਤੀਤ ਹੋ ਜਾਂਦਾ ਹੈ ਸੁਖ ਨਹੀਂ ਹੈ। ਹਜੂਰ ਕਹਿੰਦੇ ਹਨ ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ। ਮਹਾਰਾਜ ਜੀ ਕਹਿੰਦੇ ਹਨ ਫਿਲਮਾਂ ਦੇਖਣ ਦੇ ਨਾਲ ਕਹਿੰਦੇ ਹਨ ਇੰਟਰਟੇਨਮੈਂਟ ਦਾ ਸਾਧਨ ਹੈ, ਸੁਖ ਮਿਲੇਗਾ। ਇਹ ਨਾਟਕ ਦੇਖਣ ਨਾਲ
ਕਈ ਵਕੇਸ਼ਨਾਂ ਤੇ ਜਾਂਦੇ ਹਨ ਸਪੈਸ਼ਲ, ਪਰ ਵਧੀਆ ਹੈ। ਪਰ ਸਾਧ ਸੰਗਤ ਜੀ, ਗੁਰਮੁਖ ਸਦਾ ਹੀ ਜਦੋਂ ਵਕੇਸ਼ਨਾਂ ਹੁੰਦੀਆਂ ਹਨ ਕਹਿੰਦੇ ਹਨ ਮਣਾ ਹੁਣ ਸਾਰੇ ਪਰਿਵਾਰ ਨੂੰ ਲੈ ਕੇ ਦਰਬਾਰ ਸਾਹਿਬ ਚੱਲੀਏ। ਐਸੀਆਂ ਵਕੇਸ਼ਨਾਂ ਕਰਦੇ ਹਨ। ਹਜੂਰ ਕਹਿੰਦੇ ਹਨ ਨਿਰਤ ਨਨਾਟੇ ਦੇਖਣ ਦੇ ਨਾਲ, ਫਿਲਮਾਂ ਦੇਖਣ ਨਾਲ ਸੁੱਖ ਨਹੀਂ ਮਿਲਦਾ। ਸੁੱਖ ਨਾ ਹੀ ਬਹੁ ਦੇਸ਼ ਕਮਾਏ। ਕਈ ਕਹਿੰਦੇ ਹਨ ਦੇਸ਼ਾਂ 'ਚ ਜਾਣ ਨਾਲ ਬੜਾ ਸੁੱਖ ਮਿਲਦਾ ਹੈ। ਹੁਣ ਅਮਰੀਕਾ ਦਾ ਵੀਜ਼ਾ ਲਵਾ ਲੈਣਾ ਹੈ, ਅਮਰੀਕਾ ਘੁੰਮਾਂਗੇ, ਸਮਰ ਆ ਗਈ ਹੈ। ਹਜੂਰ ਕਹਿੰਦੇ ਹਨ ਦੇਸ਼ ਕਮਾਉਣ ਨਾਲ ਸੁੱਖ ਨਹੀਂ ਮਿਲਦਾ। ਸਤਿਗੁਰ ਜੀ, ਇਹ ਸਾਧ ਸੰਗਤ ਜੀ, ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਸਤਿਗੁਰ ਜੀਆਂ ਦਾ ਉਪਦੇਸ਼ ਧਾਰਨ ਕਰਨਾ, ਮਨ ਕਰਕੇ ਕਮਾਉਣਾ ਬੜਾ ਔਖਾ ਹੈ। ਇਸੇ ਕਰਕੇ ਤਾਂ ਕਹਿੰਦੇ ਹਾਂ ਖੰਡਿਓ ਤਿੱਖੀ, ਖੰਡੇ ਨਾਲੋਂ ਵੀ ਤਿੱਖੀ ਸਤਿਗੁਰ ਜੀਆਂ ਦੀ ਸਿੱਖੀ ਕਮਾਉਣੀ ਹੈ। ਸਤਿਗੁਰ ਜੀ ਫਿਰ ਸੁੱਖ ਕਿੱਥੇ ਹੈ? ਅਸੀਂ ਤਾਂ ਇਹਨਾਂ ਵਿੱਚ ਹੀ ਸੁੱਖ ਮੰਨਿਆ ਹੈ। ਹਜੂਰ ਫਰਮਾਉਂਦੇ ਹਨ ਸਰਬ ਸੁਖਾ ਹਰ ਹਰ ਗੁਣ ਗਾਏ। ਗੁਰ ਸਿੱਖਾਂ ਨੂੰ ਸਾਰੇ ਸੁੱਖ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਮਿਲ ਜਾਂਦੇ ਹਨ। ਜਿੰਨੀ ਮਾਇਆ ਦਾ ਸੁੱਖ ਹੈ ਸਰਬ ਸੁਖਾ, ਉਹਨਾਂ ਤੋਂ ਕਿਤੇ ਜ਼ਿਆਦਾ ਸੁੱਖ ਗੁਰ ਸਿੱਖਾਂ ਨੂੰ ਹਰ ਹਰ ਗੁਣ ਗਾਏ, ਹਰੀ ਦੇ ਗੁਣ ਗਾਉਣ ਨਾਲ ਮਿਲ ਜਾਂਦੇ ਹਨ। ਜਿੰਨੇ ਸੁੱਖ ਤੈਨੂੰ ਫਿਲਮਾਂ ਵੇਖ ਕੇ ਨਹੀਂ ਮਿਲਦੇ, ਉਦੋਂ ਸਰਬ ਸੁਖਾ ਕਈ ਜ਼ਿਆਦੇ ਸੁੱਖ ਗੁਰ ਸਿੱਖਾਂ ਨੂੰ ਹਰ ਹਰ ਗੁਣ ਗਾਏ, ਹਰੀ ਦੇ ਗੀਤ ਗਾਉਣ ਨਾਲ ਮਿਲ ਜਾਂਦੇ ਹਨ। ਜਿੰਨੇ ਸੁੱਖ ਤੂੰ ਚਾਹੇ ਸਾਰੀਆਂ ਕੰਟਰੀਆਂ 'ਚ ਫਿਰਿਆ ਨਹੀਂ ਉਹ ਮਿਲਨੇ। ਸਰਬ ਸੁਖਾ ਹਰ ਹਰ ਗੁਣ ਗਾਏ, ਉਹ ਹਰੀ ਦੇ ਗੀਤ ਗਾ ਕੇ ਹੀ ਸੁੱਖ ਭਾਲਦੇ ਹਨ। ਜਿੰਨੇ ਖਾਣ ਪੀਣ ਦੀਆਂ ਚੀਜ਼ਾਂ ਹਨ ਸਾਰੇ ਰਸ ਹਰ ਹਰ ਗੁਣ ਗਾਏ, ਹਰੀ ਦੇ ਗੀਤ ਗਾਉਣ ਨਾਲ ਉਹਨਾਂ ਨੂੰ ਮਿਲ ਜਾਂਦੇ ਹਨ। ਜਿੰਨਾ ਕੁਝ ਜਿੰਨੇ ਸੰਸਾਰ ਦੇ ਪਦਾਰਥਾਂ ਦਾ ਸੁੱਖ ਹੈ, ਮਹਾਰਾਜ ਜੀ ਕਹਿੰਦੇ ਹਨ ਹਰ ਹਰ ਗੁਣ ਗਾਏ, ਹਰੀ ਦੇ ਗੀਤ ਗਾਉਣ ਨਾਲ ਮਿਲ ਜਾਂਦੇ ਹਨ। ਸਦਾ ਹੀ ਅਰਦਾਸਾਂ ਕਰਦੇ ਹਨ ਮਹਾਰਾਜ ਜੀ, ਤੁਧ ਸਾ ਲਾਹੇ ਨਾ ਰੱਜਾਂ ਕਬਹੂ। ਮਹਾਰਾਜ ਜੀ ਤੁਹਾਡੀ ਸਿਫਤ ਸਲਾਹ ਕਰਦਿਆਂ ਕਦੇ ਰੱਜਾਂ ਨਾ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਸਦਾ ਹੀ ਮਹਾਰਾਜ ਜੀ ਆਪ ਜੀਆਂ ਦੇ ਨਾਮ ਦੀ ਭੁੱਖ ਲੱਗੀ ਰਹੇ। ਇਸੇ ਤਰ੍ਹਾਂ ਹੀ ਤਨ ਤਨ ਸੰਪੈ ਸੁਖ ਦਿਓ। ਮਹਾਰਾਜ ਜੀ ਕਹਿੰਦੇ ਹਨ ਤਨ ਧਨ ਸੰਪੈ ਸੁਖ ਦਿਓ। ਇਹ ਸਭ ਕੁਝ ਸਤਿਗੁਰ ਜੀਆਂ ਨੇ ਤੈਨੂੰ ਦਿੱਤਾ ਹੈ। ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ। ਜੋ ਨਾਮ ਹਰ ਰਾਤੇ, ਉਹਨਾਂ ਗੁਰਸਿੱਖਾਂ ਦਾ ਖਾਣਾ ਪੀਣਾ ਹਡਾਉਣਾ ਤਨ ਪਪੂਤੀ ਸਭ ਪਵਿੱਤਰ ਹੈ। ਸਤਿਗੁਰ ਜੀ ਕਹਿੰਦੇ ਹਨ ਜੋ ਹਰ ਮਹਾਰਾਜ ਜੀ ਕਹਿੰਦੇ ਹਨ ਹਰ ਰਾਤੇ ਜਿਨ੍ਹਾਂ ਦਾ ਮਨ ਹਰੀ ਦੇ ਪ੍ਰੇਮ ਵਿੱਚ ਵਿੰਨਿਆ ਗਿਆ ਹੈ। ਹਰ ਜਿਹ ਨੀਕੇ ਧਾਮ, ਫਿਰ ਜਿਨ੍ਹਾਂ ਵਿੱਚ ਉਹ ਗੁਰਸਿੱਖ ਰਹਿੰਦੇ ਹਨ ਸੁੰਦਰ ਘਰ, ਉਹ ਵੀ ਸਤਿਗੁਰ ਜੀ ਕਹਿੰਦੇ ਹਨ ਪਵਿੱਤਰ ਹਨ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਸਾਡੇ ਮਨ ਨੂੰ ਪ੍ਰਬੋਧਦੇ ਹੋਏ ਸਮਝਾਉਂਦੇ ਹੋਏ ਕਹਿੰਦੇ ਹਨ ਮਣਾ ਸਾਡੀ ਗੱਲ ਨੂੰ ਤੂੰ ਸੁਣਨਾ ਕਰ। ਸਿਮਰਤ ਕਾਹੇ ਨਾ ਰਾਮ। ਦੱਸੋ ਸਾਧ ਸੰਗਤ ਜੀ ਆਪਣੀ ਆਪਣੀ ਹਾਲਤ ਸਤਿਗੁਰ ਜੀਆਂ ਦੇ ਅੱਗੇ ਖੋਲ ਕੇ ਰੱਖ ਦਈਏ। ਸਿਮਰਤ ਕਾਹੇ ਨਾ ਰਾਮ। ਸਤਿਗੁਰ ਜੀ ਪੁੱਛ ਰਹੇ ਹਨ ਕਾਹਦੇ ਵਾਸਤੇ ਤੂੰ ਨਾਮ ਨਹੀਂ ਸਿਮਰਦਾ। ਇਹ ਤਾਂ ਸਾਧ ਸੰਗਤ ਜੀ ਆਪਾਂ ਹੀ ਆਪਣੇ ਮਨ ਦੀ ਹਾਲਤ ਦੱਸ ਸਕਦੇ ਆ ਨਾ, ਜਾਂ ਤਾਂ ਸਤਿਗੁਰ ਜੀ ਅੰਤਰਜਾਮੀ ਪੁਰਖ ਵਿਧਾਤੇ। ਸਤਿਗੁਰ ਜੀ ਤਾਂ ਅੰਤਰਜਾਮੀ ਹਨ, ਸਾਡੇ ਮਨ ਦੀ ਕੱਲੀ ਕੱਲੀ ਗੱਲ ਜਾਣਦੇ ਹਨ। ਫਿਰ ਵੀ ਸਤਿਗੁਰ ਜੀਆਂ ਦੇ ਅੱਗੇ ਆਪਣਾ ਮਨ ਖੋਲ ਕੇ ਰੱਖ ਦੇਣਾ ਚਾਹੀਦਾ ਹੈ। ਅਰਦਾਸ ਕਰੀਏ ਸਤਿਗੁਰ ਜੀ ਭੂਲ ਸ਼ਮੋ ਕਰੁਣਾ ਨਦ ਮੋਰ, ਪਾਪ ਪਰੋ ਬਲ ਜਾਓ ਤਿਹਾਰੀ। ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਤੇ ਪੈਂਦੇ ਹਾਂ। ਭੂਲ ਸ਼ਮੋ ਸ਼੍ਰੀ ਨਾਥ ਰਮਾਪਤ, ਹੇ ਕਰੁਣਾ ਨਿਧ ਦਾਸ ਤੁਹਾਰੇ। ਮਹਾਰਾਜ ਜੀ ਤੁਹਾਡੇ ਦਾਸ ਕਹੇ ਜਾਂਦੇ ਹਾਂ। ਏਤੇ ਔਗਣ ਮੋਹ ਤਨ ਮਾਹੀ, ਰਾਖ ਲਿਹੋ ਪ੍ਰਭ ਸਰਣ ਗਹੀ। ਹਜੂਰ ਇੰਨੇ ਤਨ ਦੇ ਵਿੱਚ ਔਗਣ ਹਨ, ਆਪ ਜੀਆਂ ਦੀ ਸ਼ਰਨ ਵਿੱਚ ਆ ਗਏ ਹਾਂ, ਸਾਨੂੰ ਰੱਖਣਾ ਕਰੋ। ਪੁਣਾ ਪੁਣਾ ਸਤਿਗੁਰ ਜੀਆਂ ਦੇ ਅੱਗੇ ਅਰਦਾਸ ਕਰਿਆ ਕਰੀਏ। ਅੱਗੇ ਸਤਿਗੁਰ ਜੀ ਜਿਸ ਤਰ੍ਹਾਂ ਕਿਰਪਾ ਕਰਨਗੇ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਸਤਿਗੁਰ ਜੀ ਕਿਰਪਾ ਕਰਨ। ਅੱਗੇ ਸਤਿਗੁਰ ਜੀ ਜਿਸ ਤਰ੍ਹਾਂ ਫਰਮਾਉਣਗੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ
ਤਿਹ ਸਿਮਰਤ ਗਤ ਹੋਏ। ਉਹਨਾਂ ਸਤਿਗੁਰ ਜੀਆਂ ਦਾ ਸਿਮਰਨ ਕਰਨ ਨਾਲ ਹੀ ਗਤੀ ਹੋਵੇਗੀ। ਅੱਗੇ ਸਾਧ ਸੰਗਤ ਜੀ ਜਿਸ ਤਰ੍ਹਾਂ ਉਪਦੇਸ਼ ਆਵੇਗਾ, ਹਜ਼ੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੇਤ ਸ਼ਸਤਰਾਂ ਦੇ ਸਤਿਗੁਰ ਜੀ ਤਖਤ ਤੇ ਸੱਜ ਬੈਠੇ ਹਨ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਹਜ਼ੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਤਨ ਤਨ ਸੰਪੈ ਸੁਖ ਦਿਓ, ਅਰਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ